जशन पंजाब देखते सारे ਸਰੋਤਿਆਂ ਨੂੰ मेरे ਵੱਲੋਂ ਅਮਰਜੀਤ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਮਿਲਾਂਗੇ ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਕਾਂਗਰਸ ਦੇ ਪ੍ਰਧਾਨ ਸਰਦਾਰ ਜੋਰਾ ਸਿੰਘ ਪਿੰਡ ਪੱਤੀਗੜ੍ਹ। ਗੱਲ ਇਹ ਚੀਜ਼ ਹੈ ਕਿ ਇਹਨਾਂ ਵੱਲੋਂ ਕੁਝ ਦਿਨ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਗਈ ਸੀ ਜਿਸ ਵਿੱਚ ਹਰੇਕ ਪਾਰਟੀ ਬਾਰੇ ਇਹਨਾਂ ਨੇ ਜਾਣ ਕਰਵਾਇਆ ਸੀ। ਅੱਜ ਇੱਕ ਨਵੇਂ ਮੁੱਦੇ 'ਤੇ ਅਸੀਂ ਗੱਲ ਕਰਨ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਸਰ। देखो, मैं 40 साल तो पार्टी नाल जुड़िया हुआ। चुनाव पंजाब च सिर ते नहीं। आप आदमी पार्टी का इंचार्ज राघव चड्ढा उन्हें बयान दिता सी, वीडियो मैं उसकी सुनी सी। कहना 5 मंत्री कांग्रेस के साडे वाला उन्हें प्यार नहीं, पर वो भ्रष्टाचार च लिबड़े हुए करप्ट ने, ਅਸੀਂ ਉਹਨਾਂ ਨੂੰ ਲੈਣਾ ਨਹੀਂ ਚਾਹੁੰਦੇ। ਮੈਂ ਸਤਿਕਾਰਯੋਗ ਨੂੰ ਪੁੱਛਦਾ ਉਹਨੂੰ ਬਈ ਸਾਡੇ ਤਾਂ ਮੰਤਰੀ ਹੈਗੇ ਕਰਪਟ, ਭ੍ਰਿਸ਼ਟਾਚਾਰ ਨੂੰ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ, ਉਹ MLA ਬਣੇ, ਵਿਧਾਇਕ ਬਣੇ, ਮੰਤਰੀ ਬਣੇ, ਉਸ ਤੋਂ ਬਾਅਦ ਭ੍ਰਿਸ਼ਟਾਚਾਰ ਸ਼ੁਰੂ ਕੀਤਾ। ਮੇਰਾ ਪਿੰਡ ਪੱਦੀ ਆ, ਮੇਰੇ ਹਲਕੇ ਦੇ ਵਿੱਚ ਤੁਸੀਂ ਟਿਕਟ ਦਿੱਤੀ ਆ ਜੀਵਨ ਸਿੰਘ ਸੰਭੋਵਾਲ। ਜੀਵਨ ਸਿੰਘ ਸੰਭੋਵਾਲ ਵੀ ਪਹਿਲਾਂ ਕਾਂਗਰਸ ਦੇ ਵਿੱਚ ਸੀ, ਉਹ ਸੰਭੋਵਾਲੀਏ ਪਾਲ ਦੇ ਨਾਲ ਸਾਡੇ ਘਰ ਦਾ ਆਉਣ ਜਾਣ ਵੀ ਰਿਹਾ। ਜੀਵਨ ਸਿੰਘ ਸੰਭੋਵਾਲ ਦੀ ਭੈਣ ਮੇਰੇ ਪਿੰਡ ਪੱਦੀ ਕਲੋਨੀ, ਹੁਣ 2 ਪਿੰਡ ਹੋ ਗਏ, ਪਹਿਲਾਂ ਇੱਕ ਪਿੰਡ ਸੀ, ਬਹਾਦਰ ਸਿੰਘ ਦੀ ਨੂੰਹ। ਜਦੋਂ ਕਿ ਬਹਾਦਰ ਸਿੰਘ ਦੀ ਘਰ ਵਾਲੀ ਪਿੰਡ ਦੀ ਉਸ ਪਿੰਡ ਦੀ ਸਰਪੰਚ ਆ। ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ 72 ਤੋਂ ਬਾਅਦ ਦੀਆਂ ਗੱਲਾਂ ਨੇ, ਕਲੋਨੀ ਘੱਟ ਹੋਈ ਸਾਡੇ ਅੱਡੇ ਤੇ, ਉਹ ਪੱਦੀ ਦੀ ਜ਼ਮੀਨ ਸੀ, ਜਸਰਾ ਵਾਲੇ ਸਰਪੰਚ ਤੇਜਾ ਸੀ, ਉਹਨਾਂ ਨੇ ਬਹਿ ਗਈ ਸੀ। ਤੁਸੀਂ ਦੱਸਿਆ ਕਿ ਇੱਕ ਕਲੋਨੀ ਕੱਟੇਗੀ, ਇਹ ਕਿਹੜੀ ਕਲੋਨੀ ਸੀ ਤੇ ਕਿਸ ਅੰਜਾਮ ਦੇਣਾ ਸੀ? ਹਾਂ, ਜਿਵੇਂ ਉਸਦੇ ਤੁਸੀਂ ਦੱਸਿਆ ਕਿ ਕਲੋਨੀ ਕਿਸਨਾਂ ਨੂੰ ਕੱਟ ਕੇ ਦਿੱਤੀ, ਸਰਕਾਰ ਵੱਲੋਂ ਕਿਹੜੀ ਪਾਲਿਸੀ ਦੇ ਅਧੀਨ ਕੱਟੀ ਗਈ ਸੀ, ਉਸ ਬਾਰੇ ਪੂਰਾ ਜਾਣਕਾਰੀ ਦਿਓ। ਇਹ ਹਰੀਜਨਾਂ ਖਾਤਰ ਸੀ ਕਲੋਨੀ ਕੱਟੀ। ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਸੀ, ਹਰਬੰਸ ਸਿੰਘ ਸਾਡੇ ਪਿੰਡ ਦਾ ਸਰਪੰਚ ਸੀ। ਉਹ ਕਲੋਨੀ ਕੱਟਦੇ ਪਿੱਛੋਂ ਆਉਂਦੇ ਨੇ ਤਾਂ ਛੱਤ ਦੇ ਕੋਲ ਆ ਕੇ ਕਾਫੀ ਜਗ੍ਹਾ ਬਚ ਗਈ। ਉਹ ਜਗ੍ਹਾ ਜਿੱਥੇ ਬਚੀ ਉੱਥੇ ਕਲੋਨੀਆਂ ਮਿਲੀਆਂ ਬਹਾਦਰ ਸਿੰਘ ਨੂੰ, ਸ਼ਿੰਗਾਰ ਸਿੰਘ ਨੂੰ, ਦਰਸ਼ਨ ਸਿੰਘ, 3 ਭਰਾਵਾਂ। ਉਹ ਉਸ ਵੇਲੇ ਸੇਵਾ ਸਿੰਘ DC ਸੀ ਸਾਡੇ ਲੁਧਿਆਣੇ ਦਾ, ਉਹ ਨੀਂਹ ਪੱਥਰ ਰੱਖਣ ਆਇਆ। ਚਲੋ ਉੱਥੇ ਪੰਚਾਇਤਾਂ ਵੀ ਇਕੱਠੀਆਂ ਹੋਈਆਂ, ਅਸੀਂ ਵੀ ਹੋਏ ਉੱਥੇ ਇਕੱਠੇ। ਉਹ DC ਸਾਹਿਬ ਨੇ ਨੀਂਹ ਪੱਥਰ ਰੱਖ ਦਿੱਤਾ ਤਾਂ ਬਹਾਦਰ ਸਿੰਘ ਜਿਹੜਾ ਸੰਗੋਵਾਲੀ ਹੈ ਸਰਪੰਚ ਦਾ ਰਿਸ਼ਤੇਦਾਰ ਆ, ਜਿਹਦੀ ਨੂੰਹ ਆ, ਉਹਦੀ ਭੈਣ ਜੀਵਨ ਸਿੰਘ ਦੀ ਆਦਮੀ ਦੀ ਵੀ ਟਿਕਟ ਦਿੱਤੀ ਆ, ਉਹਨਾਂ ਨੇ DC ਦਫ਼ਤਰ ਦਾ ਨੀਂਹ ਪੱਥਰ ਤੋੜ ਦਿੱਤਾ ਜੀ। DC ਸਾਹਿਬ ਦਾ ਰੱਖਿਆ ਨੀਂਹ ਪੱਥਰ ਤੋੜ ਦਿੱਤਾ। ਉਹ DC ਦਫ਼ਤਰ ਦਾ ਨੀਂਹ ਪੱਥਰ ਤੋੜ ਕੇ ਜਿਹੜੀ ਬਾਕੀ ਸਰਕਾਰੀ ਜਗ੍ਹਾ ਬਚਦੀ ਸੀ ਉਹ ਸਾਰੀ ਵਿੱਚ ਵਗੜ ਕੇ ਆਪਦੀ ਮਾਰਕੀਟ ਬਣਾ ਲਈ। ਮੈਂ ਚਿੱਟਾ ਸਾਹਿਬ ਨੂੰ, ਮੈਂ ਮਾਨ ਸਾਹਿਬ ਨੂੰ, ਇਹਨਾਂ ਇਮਾਨਦਾਰਾਂ ਨੂੰ ਸਵਾਲ ਕਰਦਾ ਵੀ ਸਾਡੇ ਤਾਂ ਪਹਿਲਾਂ MLA ਜਿੱਤੇ, ਵਿਧਾਇਕ ਬਣੇ, ਉਹ ਮੰਤਰੀ ਬਣੇ, ਤਾਂ ਕਰਪਸ਼ਨ ਸ਼ੁਰੂ ਕੀਤੀ। ਤੁਸੀਂ ਤਾਂ ਹਾਲੇ ਬਣੇ ਵੀ ਹੈ ਨਹੀਂ ਗੇ, ਤੁਸੀਂ ਤਾਂ ਸਰਕਾਰੀ ਪ੍ਰਾਪਰਟੀ ਤੇ ਪਹਿਲਾਂ ਹੀ ਕਬਜ਼ਾ ਕਰ ਲਿਆ, ਤੁਸੀਂ ਸਾਨੂੰ ਚੋਰ ਰੱਖਦੇ ਹੋ। ਤੇ ਮਹਾਰਾਜ ਚੱਡਾ ਸਾਹਿਬ, ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ, ਵੀ ਤੁਸੀਂ ਕਿਹੜੇ ਇਮਾਨਦਾਰ ਨੂੰ ਟਿਕਟ ਦਿੱਤੀ ਹੈ, ਕਿੱਥੋਂ ਲਿਆਂਦਾ ਕੋਲ ਤੇ ਜਦੋਂ ਤੁਸੀਂ ਤੁਹਾਡੀ ਸਰਕਾਰ ਬਣ ਗਈ, ਮੰਨ ਲਓ ਤੁਹਾਡੀ ਸਰਕਾਰ ਬਣ ਜਾਂਦੀ ਆ, ਤਾਂ ਫਿਰ ਸਰਕਾਰੀ ਪ੍ਰਾਪਰਟੀ ਤਾਂ ਸਾਰੀ ਤੁਹਾਡੀ ਹੋ ਗਈ, ਸਾਡਾ ਤਾਂ ਇੱਥੇ ਕੁਛ ਨਹੀਂ ਰਿਹਾ, ਤੇ ਤੁਸੀਂ ਸਾਨੂੰ ਝੋਲ ਕਰਦੇ ਹੋ। ਜੀਵਨ ਸਿੰਘ ਸੰਗੋਵਾਲ ਨੂੰ ਕਿਹੜੇ ਇਮਾਨਦਾਰ ਨੂੰ, ਰਿਸ਼ਤੇਦਾਰ ਨੂੰ ਟਿਕਟ ਦੇ ਦਿੱਤੀ? ਜਾਇਦਾਦ ਮਜੀਠੀਆ ਦੀ ਹੋਈ ਜਾਂ ਹਰਸਿਮਰਤ ਦੀ ਹੋਈ, ਕਈ ਗੱਲ ਨਾਲ ਮੇਰੇ ਪਿੰਡ ਮੈਂ ਸਾਰੇ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ, ਖਾਸ ਕਰਕੇ ਮੈਂ ਆਪਣੀ ਪਾਰਟੀ MLA ਬੈਦ ਸਾਹਿਬ ਨੂੰ, ਤੇ ਮੇਰੇ ਜਿਹੜੇ ਗਰਦੇਵ ਸਿੰਘ ਲਾਪਰ ਨੇ, ਸੋਨੀ ਗਰਗ ਦੇ, ਜਾਂ ਹੋਰ ਮੇਰੇ ਕੰਗ ਸਿੰਘ ਜੀਗਰ ਨੇ, ਇਹ ਤੁਹਾਨੂੰ ਚੋਣ ਦੱਸਦੇ ਨੇ, ਇਹ ਜੀ ਕਰਪਟ ਨੇ। ਮੇਰੇ ਪੱਦੀ ਦੇ ਅੱਡੇ ਤੇ ਸਾਰੇ BJP ਵਾਲੇ ਵੀ, ਅਕਾਲੀ ਦਲ ਵਾਲੇ ਵੀ, ਤੇ ਬਹੁਜਨ ਵਾਲੇ ਵੀ, ਬੈਂਸ ਵੀ, ਉਹ ਵੀ ਕਹਿੰਦੇ ਨੇ ਅਸੀਂ ਇਮਾਨਦਾਰ। ਤੇ ਆ ਕੇ ਉੱਥੇ ਦੇਖੋ, ਜੇ ਮੈਂ ਝੂਠ ਬੋਲਦਾ ਨਾ, ਤੇ ਇਹ ਕੀ ਕਰਦੇ ਨੇ, ਕੀ ਕੀਤਾ ਹੋਇਆ ਇਹਨਾਂ ਦਾ, ਪੁੱਛੋ ਉੱਥੇ ਬਹਾਦਰ ਸਿੰਘ ਨੂੰ, ਸ਼ਿੰਗਾਰਾ ਸਿੰਘ ਨੂੰ ਕਿੰਨੇ 18 ਬਾਈ 20 ਦਾ ਪਲਾਟ ਸੀ ਜਾਂ 20 ਬਾਈ 45 ਦਾ ਪਲਾਟ ਸੀ, ਜਗ੍ਹਾ ਹੋਣੀ ਬਣਦੀ ਆ।
ਬਹਾਦਰ ਸਿੰਘ ਨੂੰ ਪੁੱਛੋ ਵੀ ਤੇਰੇ ਕੋਲ ਕਿੰਨੀ ਜਗ੍ਹਾ ਪਈ, ਸੰਗੋਲੀ ਜੀਵਨ ਨੂੰ ਲਿਆਓ ਨਾਲ ਲਿਆ ਕੇ ਪੁੱਛੋ ਵੀ ਜੀਵਨ ਸਿੰਘ ਆਪਾਂ ਬੱਦੀ ਪ੍ਰੈਸ ਕਾਨਫਰੰਸ ਕਰਨੀ ਆ। ਉਹ ਆਪ ਵਾਲੇ ਵੀ ਰਾਘਵ ਸਿੰਘ ਚੱਡੇ ਨੂੰ ਵੀ ਬੇਨਤੀ ਆ ਵੀ ਉਹ ਵੀ ਤਾਂ ਪੰਜਾਬ ਵਿੱਚ ਤੋੜਦੇ ਨੇ, ਅੱਜ ਡਾਕਟਰ ਸਾਹਿਬ ਉਹ ਕਾਂਗਰਸੀ ਤੋੜ ਲਿਆ, ਉਹ ਮੰਤਰੀ ਤੋੜ ਲਿਆ, ਉਹ ਤੋੜ ਲਿਆ, ਤੇ ਪੱਦੀ ਵੀ ਆ ਕੇ ਦੇਖੋ ਨਾ ਵੀ ਕੀ ਹਾਲ ਕਰਦੇ ਤੁਸੀਂ ਕਿੱਧਰੋਂ ਇਮਾਨਦਾਰ ਆ ਗਏ। ਤੁਹਾਡੀ ਸਰਕਾਰ ਬਣ ਗਈ ਤਾਂ ਪੰਜਾਬ ਦਾ ਹਾਲ ਕੀ ਬਣੂਗਾ, ਪੰਜਾਬ ਦਾ ਹਾਲ ਕੀ ਬਣੂ। ਮੈਨੂੰ ਇਸ ਚੀਜ਼ ਦਾ ਇਹ ਜਵਾਬ ਦੇਣ ਭਗਵੰਤ ਮਾਨ ਇਮਾਨਦਾਰ ਕਿਹੜਾ ਸਾਰਾ ਇਮਾਨਦਾਰ ਨੇ, ਕੇਜਰੀਵਾਲ ਇਮਾਨਦਾਰ ਤੇ ਇਮਾਨਦਾਰ ਨੂੰ ਟਿਕਟਾਂ ਦਿੱਤੀਆਂ ਨੇ। ਤੁਸੀਂ ਤਾਂ ਹਲੇ ਬਣੇ ਨਹੀਂ, ਪਿੰਡ ਬੰਨਿਆ ਨਹੀਂ ਮੰਗਦੇ ਪਹਿਲੇ ਹੀ ਕੁੱਤੇ। ਤੁਸੀਂ ਤਾਂ ਹਲੇ ਐਮਐਲਏ ਤੁਹਾਡੀ ਤਾਂ ਸਰਕਾਰ ਵੀ ਨਹੀਂ ਬਣੀ, ਸਰਕਾਰੀ ਗੇਂਦਾ ਤਾਂ ਤੁਸੀਂ ਪਹਿਲੇ ਹੀ ਦੱਬਣ ਲੱਗ ਗਏ। ਉੱਥੇ ਆ ਕੇ ਦੇਖੋ ਜੇ ਮੈਂ ਝੂਠ ਬੋਲਦਾ, ਸਾਰੀਆਂ ਪਾਰਟੀਆਂ ਜੇ ਮੈਂ ਝੂਠ ਬੋਲਦਾ ਤਾਂ ਆ ਕੇ ਪ੍ਰੈਸ ਕਾਨਫਰੰਸ ਕਰੋ, ਬੰਨਾ ਚੰਗਾ ਕਰੂੰ ਇਕੱਠਾ ਮੈਂ, ਤੇ ਉੱਥੇ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ, ਮੈਂ ਬੀਜੇਪੀ ਨੂੰ ਵੀ ਬੇਨਤੀ ਕਰਦਾ, ਮੈਂ ਬੈਂਸਲ ਨੂੰ ਵੀ ਬੇਨਤੀ ਕਰਦਾ, ਮੈਂ ਅਕਾਲੀ ਦਲ ਨੂੰ ਵੀ ਬੇਨਤੀ ਕਰਦਾ, ਮੈਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਵੀ ਉੱਥੇ ਆ ਕੇ ਕਰਤੂਤਾਂ ਦੇਖੋ ਜਿਹੜੀਆਂ ਕੀ ਇਹ ਸਾਨੂੰ ਚੋਰ ਕਰਦੇ ਜੀ। ਇੱਕ ਇਹ ਚੀਜ਼ ਹੈ ਕਿ ਤੁਸੀਂ ਗੱਲ ਕੀਤੀ ਕਿ ਹਰੇਕ ਪਾਰਟੀ ਨੂੰ ਇੱਕ ਬੇਨਤੀ ਕੀਤੀ ਕਿ ਆ ਕੇ ਚੈੱਕ ਕਰੋ, ਜਦੋਂ ਕਿ ਮੌਜੂਦਾ ਸਰਕਾਰ ਤਾਂ ਤੁਹਾਡੇ ਕਾਂਗਰਸ ਦੀ ਆ ਕਿ ਕਿਉਂ ਨਹੀਂ ਤੁਹਾਡਾ ਐਮਐਲਏ ਚੁਣਦਾ, ਇਸ ਗੱਲ ਦਾ ਕਿਉਂ ਨਹੀਂ ਜਿਹੜਾ ਨਜਾਇਜ਼ ਕਬਜ਼ੇ ਕੀਤੇ ਉਹਨੂੰ ਛਡਾਉਂਦਾ। ਦੇਖੋ ਗੱਲ ਇਹ ਆ ਵੀ ਮੇਰਾ ਕੋਈ ਐਮਐਲਏ ਨਾਲ ਗੁੱਸਾ ਕਿੱਦਾਂ ਕਰਦਾ, ਤੇ ਕਿਤੇ ਆਪਣੇ ਪ੍ਰੋਗਰਾਮ ਤੇ ਮੰਗਲੇ ਭੋਗ ਕੇ ਇਕੱਠੇ ਹੋ ਗਏ ਜਾਂ ਕਿਤੇ ਹੋ ਗਏ, ਮੈਂ ਉਹਨੂੰ ਬੁਲਾਉਂਦਾ ਨਹੀਂ ਚਾਹੀਦਾ। ਚਲੋ ਉਹ ਮੇਰਾ ਆਪਸੀ ਸਾਡੇ ਪਰਿਵਾਰ ਦੀ ਲੜਾਈ ਹੈ, ਉਹਦੇ 'ਚ ਕਿਸੇ ਨੂੰ ਕੋਈ ਇਹ ਨਹੀਂ ਹੈਗਾ, ਠੀਕ ਆ। ਤੇ 20 ਵਾਰੀ ਗੱਲਾਂ 19 ਹੋ ਜਾਂਦੀਆਂ ਨੇ, ਤੇ ਉਹ ਜੁਦਾ ਕਹਿੰਦਾ ਮੈਂ ਉਹਨੂੰ ਤਾਂ ਨਹੀਂ, ਮੈਂ ਉਹਨੂੰ ਕਹਿੰਦਾ ਹੀ ਮੇਰੀ ਉਹਦੀ ਨਾ ਬੋਲ ਚਾਲ ਹੈਗੀ, ਮੈਂ ਉਹਨੂੰ ਬੁਲਾਉਂਦਾ ਨਹੀਂ ਹੈਗਾ। ਪਰ ਮੈਂ ਆਪਣੀ ਸਰਕਾਰ ਨੂੰ ਮੈਂ ਮੀਡੀਆ ਤੇ ਬੇਨਤੀ ਕਰਤੀ, ਹੁਣ ਮੈਂ ਉਹਨੂੰ ਬੇਨਤੀ ਕਰਤੀ ਵੀ ਐਮਐਲਏ ਸਾਹਿਬ ਪਿੰਡ ਆਓ ਤੇ ਆ ਕੇ ਦੇਖੋ ਉੱਥੇ ਤੁਸੀਂ। ਮੈਂ ਸਾਰੇ ਪਾਰਟੀਆਂ ਨੂੰ, ਜ਼ਿਲ੍ਹਾ ਪ੍ਰਧਾਨਾਂ ਨੂੰ, ਸਾਰੇ ਪਾਰਟੀਆਂ ਦੇ ਅਹੁਦੇਦਾਰਾਂ ਨੂੰ ਬੇਨਤੀ ਕਰਦਾ ਕਿ ਵੀ ਜਾਂ ਗਾਹਾਂ ਨੂੰ ਜਿਹਨੇ ਚੋਣ ਲੜਨੀ ਆ, ਕਿਹਨੂੰ ਟਿਕਟ ਮਿਲਣੀ ਆ, ਕਿਹਨੂੰ ਨਹੀਂ, ਜਿਹੜਾ ਕਹਿੰਦਾ ਵੀ ਮੈਂ ਇੱਥੋਂ ਐਮਐਲਏ ਬਣਨਾ, ਮੈਂ ਇੱਥੋਂ ਐਮਐਲਏ ਬਣਨਾ, ਉਹ ਸਾਰੇ ਆ ਕੇ ਦੇਖੋ। ਖਾਸ ਕਰਕੇ ਇਹ ਜੀਵਨ ਸਿੰਘ ਸੰਗੋਵਾਲ ਜ਼ਰੂਰ ਆਵੇ ਉੱਥੇ, ਤੇ ਆਪਦੇ ਭਗਵੰਤ ਮਾਨ ਹੋਣੀ ਨੇ ਜਾਂ ਰਾਘਵ ਚੱਡੇ ਹੋਣੀ ਨੇ, ਕੇਜਰੀਵਾਲ ਸਾਹਣੀ ਨੇ ਇਹਦੇ ਬਾਰੇ ਮਤਲਬ ਵੀਡੀਓ ਜ਼ਰੂਰ ਪਾਉਣ। ਮੈਂ ਪਾਤੀ ਨਾ ਵੀ ਤੁਸੀਂ ਸਾਨੂੰ ਚੋਰ ਦੱਸਦੇ ਆ, ਚੋਰ ਦੱਸਣ ਵਾਲੇ ਆਪ ਚੋਰ ਨੇ। ਆ ਕੇ ਉੱਥੇ ਮੌਕਾ ਦੇਖੋ ਵੀ ਉਹ ਕਿੰਨੀ ਜਗ੍ਹਾ, ਤੁਸੀਂ ਬਹਾਦਰ ਸਿੰਘ ਨੂੰ ਪੁੱਛੋ, ਆ ਕੇ ਜੀਵਨ ਸਿੰਘ ਸੰਗੋਵਾਲ ਨੂੰ ਪੁੱਛੋ ਵੀ ਇਹ ਕਿੰਨੀ ਜਗ੍ਹਾ ਭਾਈ, ਤੇ ਤੁਸੀਂ ਕਿੰਨੀ ਵਾਰੀ ਬੈਠੇ ਹੋ। ਡੀਸੀ ਸਾਹਿਬ ਤਾਂ ਰੱਖਿਆ ਨਹੀਂ ਪੱਥਰ ਤੋੜਦਾ, ਕਾਨੂੰਨੀ ਜੁਰਮ ਹੈ। ਡੀਸੀ ਸਾਹਿਬ ਇੱਕ ਡੀਸੀ ਵੀ ਨੇ, ਡੀਐਮਜੀ ਦੇ ਉਹ ਡਿਪਟੀ ਕਮਿਸ਼ਨਰ ਵੀ ਨੇ, ਤੇ ਉਹ ਡਿਸਟ੍ਰਿਕਟ ਮੈਜਿਸਟਰੇਟ ਵੀ ਨੇ, ਉਹਨਾਂ ਦਾ ਰੱਖਿਆ ਨਹੀਂ ਪੱਥਰ ਤੋੜਦਾ। ਮੈਂ ਜੇ ਝੂਠ ਬੋਲਦਾ ਉੱਥੇ ਆ ਜਾਓ, ਉੱਥੇ ਵੀ ਕਿਹੜੇ ਆਉਣੇ ਹੋ, ਤੇ ਉੱਥੇ ਆ ਕੇ ਦੇਖ ਲਓ ਵੀ ਇਹ ਇਮਾਨਦਾਰ ਦਾ ਕੰਮ ਨੇ। ਆਪ ਵਾਲੇ ਜਿਹੜੇ ਸਾਨੂੰ ਚੋਰ ਦੱਸਦੇ ਨੇ, ਤੇ ਪਤਾ ਲੱਗ ਵੀ ਚੋਰ ਕੌਣ। ਇੱਕ ਇਹ ਹੈ ਕਿ ਤੁਸੀਂ ਇੱਕ ਗੱਲ ਕੀਤੀ ਕਿ ਇੱਕ ਡੀਸੀ ਸਾਹਿਬ ਵੱਲੋਂ ਜਿਹੜਾ ਨਹੀਂ ਪਤਾ ਰੱਖਿਆ ਗਿਆ ਸੀ ਕਿ ਉਸ ਨੂੰ ਵੀ ਤੋੜ ਦਿੱਤਾ, ਕਿ ਉਸ ਦੇ ਸੰਬੰਧ 'ਚ ਕਦੇ ਤੁਸੀਂ ਕੋਈ ਕੰਪਲੇਂਟ ਕੋਈ ਡੀਸੀ ਸਾਹਿਬ ਕੋਲ ਜਾਂ ਕੋਈ ਪੁਲਿਸ ਪ੍ਰਸ਼ਾਸਨ ਕੋਲ ਇਸ ਸੰਬੰਧ 'ਚ ਕੀਤੀ ਹੈ ਕੋਈ? ਉਹ ਨਹੀਂ ਕੰਪਲੇਂਟ ਮੈਂ ਕਰਾਹੀ ਦੇ ਕੋਲ, ਕੰਪਲੇਂਟ ਤਾਂ ਤੁਹਾਨੂੰ ਪਤਾ ਹੀ ਆ ਵੀ ਚਾਹੇ ਰਾਜ ਮੇਰੀ ਸਰਕਾਰ ਦਾ, ਕੰਪਲੇਂਟ ਹੁਣ ਮੈਂ ਮੀਡੀਆ ਤੇ ਕਰੂੰ, ਮੈਂ ਕਿਹਦੇ ਵਕੀਲਾਂ ਨੂੰ ਫੀਸਾਂ ਕੌਣ ਦੇਵੇਗੀ, ਕੇਸ ਕਰਨਾ ਪਊਗਾ। ਡੀਸੀ ਸਾਹਿਬ ਦੀ ਸੁਣਨੀ ਸੀ ਮੈਂ। ਸਾਡੇ ਜਦੋਂ 2 ਪਿੰਡ ਹੋ ਗਏ ਰਹਿੰਦਾ, ਤੇ ਜਿੱਥੇ ਵੀ ਮੈਂ ਗੱਲ ਕਰ ਰਿਹਾ ਉਸ ਪਿੰਡ 'ਚ ਕੋਈ ਨੰਬਰਦਾਰ ਨਹੀਂ ਹੈਗਾ, ਨੰਬਰਦਾਰ ਸਾਰੇ ਪਿੰਡ ਰਹਿ ਗਏ, 5 ਨੰਬਰਦਾਰ ਸੀ ਸਾਡੇ ਉੱਥੇ। ਹੁਣ ਜਦੋਂ ਕੋਈ ਸਰਕਾਰੀ ਬਾਰੇ ਹੁਣ ਕਿਸੇ ਬੀਬੀ ਦਾ ਆਦਮੀ ਮਾੜੇ ਮੋਟੇ ਬਾਹਰਲੇ ਮੁਲਕ 'ਚ ਸਾਰੇ ਹਰੀਜਨਾਂ ਦੇ ਘਰ ਨੇ, ਸਿਰਫ ਉੱਥੇ 2 ਘਰ ਜੱਟਾਂ ਦੇ ਨੇ। ਹੁਣ ਉਸ ਕਿਤੇ ਪਟਵਾਰੀ ਕੋਲ ਜਾਂਦੀਆਂ ਨੇ ਜਾਂ ਕਿਸੇ ਹੋਰ ਦਫ਼ਤਰ ਜਾਂਦੀਆਂ ਨੇ, ਤਾਂ ਉਹ ਗਾਹਾਂ ਸਰਕਾਰੀ ਮੁਲਾਜ਼ਮ ਕਹਿੰਦਾ ਜੀ ਨੰਬਰਦਾਰ ਦੀ ਹੋਰ ਰਵਾ ਕੇ ਲਿਆ, ਨੰਬਰਦਾਰ ਉੱਥੇ ਹੈ ਨਹੀਂ। ਮੈਂ ਐਮਐਲਏ ਸਾਹਿਬ ਨੂੰ ਕਿਹਾ, ਮੈਂ ਐਮਐਲਏ ਸਾਹਿਬ ਵੀ ਐਂ ਕਰਕੇ ਵੀ ਧੀਆਂ ਭੈਣਾਂ ਬਹੁਤ ਔਖੀਆਂ ਹੁੰਦੀਆਂ ਨੇ, ਵੀ ਉੱਥੇ 1-2 ਨੰਬਰਦਾਰੀਆਂ ਦੇ ਦਿਓ, ਇੱਕ ਜਨਰਲ ਦੇ ਦਿਓ, ਇੱਕ ਤੁਸੀਂ ਦੇ ਦਿਓ ਆਹ ਹਰੀਜਨਾਂ ਨੂੰ ਵਿਚਾਰਿਆਂ ਨੂੰ। ਚਲੋ ਨੇ ਡੀਸੀ ਨੂੰ ਫੋਨ ਕਰਤਾ, ਕਹਿੰਦਾ ਡੀਸੀ ਨੂੰ ਮਿਲਦਾ। ਮੈਂ ਕਰਵਾ ਡੀਸੀ ਸੀ ਉਹ ਚਲੋ ਮੈਂ ਜੀ ਐਮਐਲਏ ਸਾਹਿਬ ਨੇ ਭੇਜਿਆ ਵੀ ਐਂ ਕਰਕੇ ਉੱਥੇ ਵੀ ਸਾਨੂੰ ਉਹ ਧੀਆਂ ਭੈਣਾਂ ਨੂੰ ਵੀ ਤਕਲੀਫ ਆਉਂਦੀ ਹੈ ਵੀ ਉੱਥੇ ਕੋਈ ਨੰਬਰਦਾਰੀ ਦੇ ਦਿਓ। ਮੈਨੂੰ ਕਹਿੰਦਾ ਨੰਬਰਦਾਰੀਆਂ ਤਾਂ ਸਰਕਾਰ ਦੀਆਂ ਬੰਦ ਕੀਤੀਆਂ ਹੋਈਆਂ ਨੇ, ਮੈਨੂੰ ਵੇਚ ਬੰਦ ਮਿਲ ਗਿਆ। ਹੁਣ ਉਹ ਵਿਚਾਰੀਆਂ ਫਿਰਦੀਆਂ ਨੇ ਕਾਗਜ਼ ਚੱਕੀ, ਕਦੇ ਤਹਿਸੀਲ 'ਚ ਆ ਗਈਆਂ ਜਾਂ ਕਿਤੇ ਹੋਰ ਆ ਗਈਆਂ, ਉਹ ਕਹਾਂ ਸਰਕਾਰੀ ਮੁਲਾਜ਼ਮ ਕਹਿੰਦਾ ਨੰਬਰਦਾਰ ਲਿਆ, ਨੰਬਰਦਾਰ ਉੱਥੇ ਹੈ ਨਹੀਂ। ਤੇ ਫਿਰ ਜਦ ਨੰਬਰਦਾਰ ਹੈ ਨਹੀਂ ਪਿੰਡ ਦਾ, ਉਹ ਕੰਮ ਰੁਕਦਾ। ਜੇ ਜਦੋਂ 2000
फिर चाहे फिरोजपुर का ले आओ, ले दस उत्थे नंबरदारी। मैं ये तो नहीं कहना भी मेरा नंबरदार बना दो उत्थे, किसी को तो बना देना उत्थे, एक जनरल बना देना, एक मतलब अपने दूजे देश बारे को बना देना, DC साहब की शादी DC साहब। फिर सुनो साडी गल, चलो सरकार आई, सरकार आई हुई अगे जी टकसाली कांग्रेसियों की बहुत कदर पैंदी है, इत्थे मेहनती वर्करां की बहुत कदर पैंदी आ। अमरिंदर सिंह CM बन गया, CM बनया होया तां साडे MLA भी रहे ने, विधायक ताजपुरी जगदेव सिंह ताजपुरी, ओह बरनाला सरकार च मंत्री भी रहे ने। ओहदा लड़का चेयरमैन अकाली ਜਿਹੜੇ ਰਹੇ ਨੇ, ਉਹਦਾ ਲੜਕਾ ਚੇਅਰਮੈਨ ਸਤਵਿੰਦਰ ਸਿੰਘ ਸੱਠਾ, ਤੇ ਵੀ ਉਹ ਕਰਦਾ ਕਾਂਗਰਸੀ ਸੀਗਾ, ਕੀ ਕੁਰਬਾਨੀ ਸੀ ਉਹਦੀ ਪਾਰਟੀ ਸਰ, ਉਹ ਸਾਡੇ ਅਮਰਿੰਦਰ ਸਿੰਘ ਨੇ ਚੇਅਰਮੈਨ ਲਾਏ। ਚਲੋ ਠੀਕ ਆ, ਉਹਦੇ ਰਾਣਿੰਦਰ ਨਾਲ ਉਹਦੇ ਮੁੰਡੇ ਦੀ ਆੜੀ ਸੀਗੀ। ਮੈਂ ਆਪਣੇ ਗਿਆਨ ਸਿੰਘ ਰਾਣੇ ਦੇ ਪੋਤੇ ਦਾ ਪਾਰ ਬਚਨ ਦਾ ਮੈਨੂੰ ਫੋਨ ਆਇਆ, ਉਦੋਂ ਚੇਪੀ ਗੱਲ ਹੈ ਜਦੋਂ ਬਠਿੰਡੇ ਇਲੈਕਸ਼ਨ ਰਾਣਿੰਦਰ ਨੇ ਲੜੀ ਆ, ਮੈਨੂੰ ਕਹਿੰਦਾ ਕਦੀ ਕਿੱਥੇ ਮੈਂ ਘਰੇ ਹੀ ਆ, ਕਹਿੰਦਾ ਵੀ ਮਹਾਰਾਣੀ ਪਰਨੀਤ ਕੌਰ ਨੇ ਰਾਣਾ ਸਾਹਿਬ ਮੱਥਾ ਟੇਕਣ ਆਉਣਾ ਵੀ ਇੰਨੇ ਵਜੇ ਆ ਕੇ। ਮੈਂ ਚਲਿਆ ਗਿਆ ਜੀ, ਚਲੋ ਜੀ ਕੋਈ ਵੀ ਮਿਲ ਲੈ। ਅੱਛਾ, ਫਿਰ ਥੋੜ੍ਹੇ ਜਿਹੇ ਦਿਨ ਬਾਅਦ ਫੇਰ ਫੋਨ ਆ ਗਿਆ, ਕਹਿੰਦਾ ਅੰਕਲ ਜੀ ਵੀ ਰਾਣਿੰਦਰ ਨੇ ਮੱਥਾ ਟੇਕਣ ਆਉਣਾ ਵੀ ਆ ਜਾਓ ਉੱਥੇ। ਮੈਂ ਫੇਰ ਉੱਥੇ ਚਲਿਆ ਗਿਆ। ਉਹ ਮੈਨੂੰ ਤਾਜਪੁਰੀ ਦਾ ਮੁੰਡਾ ਜਿਹੜਾ ਹੁਣ ਚੇਅਰਮੈਨ ਲਾਇਆ, ਮੈਨੂੰ ਕਹਿੰਦਾ ਕਿਹੜਾ ਪਿੰਡ ਆ? ਮੈਂ ਮੇਰਾ ਪਿੰਡ ਪੱਤੀ। ਅੱਛਾ, ਕਹਿੰਦਾ ਅਸੀਂ ਲੁਧਿਆਣੇ ਨੂੰ ਜਾਣਾ ਹੈ, ਤਾਂ ਕਿੱਧਰ ਵੀ ਆਈਏ? ਮੈਂ ਯਾਰ ਲੁਧਿਆਣੇ ਨੂੰ ਜਾਣਾ, ਆਹ ਸਭ ਕਟਾਰੀ ਬਟਾਲੀ ਸਿੱਧਾ ਰਾਣਾ ਬਾਹਰ ਉੱਥੇ ਹੈ। ਤਾਂ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਇਹ ਤਾਜਪੁਰੀ ਦਾ ਮੁੰਡਾ, ਉਹ ਰਾਣਿੰਦਰ ਦਾ ਇਹ ਗੱਡੀ ਚਲਾਉਂਦਾ ਸੀਗਾ, ਉਹ ਚੇਅਰਮੈਨ, ਉਹ ਚੇਅਰਮੈਨ। ਚਲੋ ਜੀ ਠੀਕ ਆ। ਬਾਕੀ ਆ ਸਾਡੀ ਰਹਿੰਦੀ ਖੂੰਹਦੀ ਰੜਕ ਚਲੀ ਗਈ ਚੱਕਦੀ। ਮੈਂ ਅਖਬਾਰ ਪੜ੍ਹਿਆ, ਸਤਵੀਰ ਸਿੰਘ ਖਟੜਾ ਸ਼ੂਗਰਫੈਡ ਦੇ ਚੇਅਰਮੈਨ, ਉਹ ਤੁਹਾਨੂੰ ਅਕਾਲੀ ਉਹ ਵੀਰੇ ਨੇ ਜਿਨ੍ਹਾਂ ਨੇ ਔਖੇ ਵੇਲੇ ਸਾਥ ਦਿੱਤਾ ਪਾਰਟੀ ਦਾ, ਉਹ ਕਿੱਥੇ ਗਏ ਲੋਕ? ਇਹਨਾਂ ਹੱਥ ਚੇਅਰਮੈਨੀਆਂ ਨੇ, ਕੱਲ੍ਹ ਦੇ ਅਕਾਲੀ ਅੱਜ ਦੇ ਚੇਅਰਮੈਨ। ਫਿਰ ਤੁਹਾਨੂੰ ਮੈਂ ਦੱਸਾਂ, ਕੁਲਵੰਤ ਸਿੱਧੂ ਦਾ ਤੁਸੀਂ ਨਾਮ ਸੁਣਿਆ ਹੋਊਗਾ, ਉਹ ਚਾਰ ਭਰਾ ਸੀ, ਕੁਲਵੰਤ ਸਿੰਘ, ਹਰਦਿਆਲ ਸਿੰਘ, ਜਬਰ ਸਿੰਘ, ਨਛੱਤਰ ਸਿੰਘ। ਜਦੋਂ ਸਰਦਾਰ ਬੇਅੰਤ ਸਿੰਘ ਹਾਲੇ ਮੁੱਖ ਮੰਤਰੀ ਨਹੀਂ ਸੀ ਬਣੇ, ਉਹਨਾਂ ਨੇ ਸਰਦਾਰ ਬੇਅੰਤ ਸਿੰਘ ਨੂੰ, ਮੈਂ ਉਹਨਾਂ ਦੇ ਠੇਕੇ ਦਾ ਕਰਿੰਦਾ ਰਿਹਾ, ਪਰ ਫਿਰ ਦੋ ਬੰਦੇ ਜਦ ਮੈਂ ਕਹਿੰਦਾ ਵੀ ਮੈਂ ਤੁਹਾਡਾ ਕਰਿੰਦਾ ਰਿਹਾ, ਉਹ ਕਹਿੰਦੇ ਸਾਡਾ ਤੂੰ ਭਰਾ, ਤੂੰ ਐਂ ਕਰਕੇ ਕਹਿਣਾ ਹੁੰਦਾ। ਮੈਂ ਕਿਹਾ ਜਦ ਮੈਂ ਰਿਹਾ ਕਰਿੰਦਾ ਤੁਹਾਡਾ, ਮੈਂ ਤਾਂ ਕਹੂੰਗਾ। ਉਹ ਸਰਦਾਰ ਬੇਅੰਤ ਸਿੰਘ ਨੂੰ ਫੋਨ ਲਾਇਆ, ਉਹਨਾਂ ਨੇ ਫੋਨ 2-3 ਦਿਨ ਸਰਦਾਰ ਬੇਅੰਤ ਸਿੰਘ ਨੂੰ ਫੋਨ ਆ ਗਿਆ। ਜਦੋਂ ਪਾਰਟੀ ਪ੍ਰਧਾਨ ਉਹ ਕੋਟਲੀ ਚਲੇ ਗਏ ਮਿਲਣ, ਉਹ ਕਹਿੰਦਾ ਸਰਦਾਰ ਜੀ, ਸਰਦਾਰ ਬੇਅੰਤ ਸਿੰਘ ਕਹਿੰਦੇ ਵੀ ਤੁਹਾਡਾ ਫੋਨ ਹੀ ਲੱਗਦਾ। ਉਹ ਕਹਿੰਦਾ ਸਿੱਧੂ ਸਾਹਿਬ ਵੀ ਫੋਨ ਹੀ ਕੱਟਿਆ ਗਿਆ, ਟੈਲੀਫੋਨ ਦਾ ਬਿੱਲ ਦੇਰੀ ਹੋਇਆ, ਫੋਨ ਕੱਟਿਆ ਗਿਆ। ਉਹ ਕਹਿੰਦੇ ਵੀ ਤੁਸੀਂ ਲੁਧਿਆਣੇ ਕਿੱਦਣ ਆਉਣਾ? ਉਹ ਕਹਿੰਦਾ ਵੀ ਮੈਂ ਤਾਂ ਘਰੇ ਜੀ ਨਹੀਂ ਲੱਗਦਾ ਹੈਗਾ, ਮੈਂ ਤਾਂ ਫਿਰ ਰਹਿਣਾ ਮੈਂ ਆ ਜਾਊਂ। ਕਹਿੰਦਾ ਜਿੱਦਣ ਆਏ ਹੋ ਦਿਨ ਘਰੇ ਹੋ ਕੇ ਆਏ, ਤੁਸੀਂ ਮੇਰਾ ਫੋਨ ਚੱਲਦਾ, ਮੈਨੂੰ ਫੋਨ ਕਰ ਲਿਓ। ਚਲੋ ਜੀ, ਸਰਦਾਰ ਬੇਅੰਤ ਸਿੰਘ ਚਲੇ ਗਏ, ਫੋਨ ਕਰਕੇ ਸਿੱਧੂ ਸਾਹਿਬ ਬੈਠੇ ਉੱਥੇ। ਉਹ ਸਿੱਧੂ ਸਾਹਿਬ ਕਹਿੰਦੇ, ਵੱਡੇ ਭਾਈ ਕਹਿੰਦੇ ਸੀ ਅਸੀਂ ਉਹਨਾਂ ਨੂੰ, ਕਹਿੰਦੇ ਸਰਦਾਰ ਜੀ ਆਹ ਹੁਣ ਪਹਿਲਾਂ ਤਾਂ 52,000 ਰੁਪਈਆ, ਹੁਣ ਚਾਹ ਬਾਅਦ 'ਚ ਮੈਂ ਕਿਹਾ ਪਹਿਲਾਂ ਟੈਲੀਫੋਨ ਚਾਲੂ ਕਰੋ। ਇਹੋ ਜਿਹੇ ਔਖੇ ਵੇਲੇ ਜਦੋਂ ਟਿਕਟਾਂ ਦੀ ਵੰਡ ਆਈ, ਉਹ ਕਹਿੰਦੇ ਕੁਲਵੰਤ ਸਿੱਧੂ ਦਾ ਕਾਂਗਰਸੀ ਨਹੀਂ ਹੈਗਾ, ਚੱਲ ਪਰੇ, ਉਹ ਨਹੀਂ ਕਾਂਗਰਸੀ। ਜਿਨ੍ਹਾਂ ਨੇ ਔਖੇ ਵੇਲੇ ਪਾਰਟੀ ਦਾ ਸਾਥ ਦਿੱਤਾ, 1992 ਤੋਂ ਪਹਿਲਾਂ ਦੀਆਂ ਗੱਲਾਂ ਨੇ, ਹੁਣ ਤੁਸੀਂ ਦੇਖ ਲਓ 52,000 ਦੀ ਕੀਮਤ ਉਦੋਂ ਕੀ ਹੋਊਗੀ, ਉਹ ਕਾਂਗਰਸੀ ਨਹੀਂ ਹੈਗੀ। ਹੁਣ ਵੱਡੇ ਪਾਂਡੇ ਸਾਹਿਬ ਸੀਗੇ, ਜੋਗਿੰਦਰਪਾਲ ਪਾਂਡੇ, ਮੈਨੂੰ ਉਹਨਾਂ ਨੇ ਕਾਂਗਰਸੀ ਬਣਾਇਆ। ਸਾਡੇ ਤੁਸੀਂ ਦੇਵਰਾਜ ਬਾਬੂ ਭੁੱਟੇ ਦੇ ਜਾਣਦੇ ਹੋਵੋਗੇ, ਇਹ ਪਾਰਟੀ ਸਿੱਖ ਸੀਗੇ, ਭੱਠੇ ਤੇ ਆਉਂਦੇ ਹੁੰਦੇ ਸੀਗੇ, ਸਾਡੇ ਖੇਤ ਦੇ ਕੋਲੇ ਭੱਠਾ ਸੀਗਾ। ਚਲੋ ਪਾਂਡੇ ਸਾਹਿਬ ਨੂੰ ਟਿਕਟ ਮਿਲ ਗਈ, ਚਲੋ ਉਹ 138 ਵੋਟਾਂ ਤੇ ਹਾਰ ਗਏ। ਮੈਨੂੰ ਕਹਿੰਦੇ ਵੀ ਪਿੰਡਾਂ 'ਚ ਤਾਂ ਆ ਨਹੀਂ ਹੋਣਾ, ਵੀ ਸ਼ਹਿਰ ਬਹੁਤ ਵੱਡਾ। ਮੈਂ ਕਿਹਾ ਚੱਲ ਕੋਈ ਐਸੀ ਗੱਲ ਨਹੀਂ, ਵੀ ਗੁਰਵੀਰ ਆਊਗਾ ਨਾ ਨਾਰੰਗ ਵਾਲੀ, ਉਹ ਮਤਲਬ ਸੀਗਾ ਕਹਿੰਦੇ MLA,
ਉਹ ਬੰਦਾ 6 ਵਾਰ ਚੋਣ ਜਿੱਤਿਆ। ਉਹਦਾ ਬਾਪ 87 ਦੇ ਵਿੱਚ ਅੱਤਵਾਦ ਦੀ ਭੇਟ ਕਰ ਗਿਆ। ਉਹਦਾ ਭਰਾ ਐਕਸੀਡੈਂਟ ਨਾਲ ਮਰ ਗਿਆ। ਭੱਠੇ ਦੇ ਹੁੰਦਾ ਵੀ ਉਹ ਪਾਣੀ ਦੇ ਗਲਾਸ ਜਦੋਂ ਉਹਨੇ ਆਉਣਾ ਨਾ ਭੱਠੇ ਦੇ, ਅਸੀਂ ਉੱਥੇ ਵੇਚਦੇ ਸੀ, ਉਹ ਜੱਗ ਪਾਣੀ ਦਾ ਮੂੰਹ ਲਾ ਕੇ ਪੀਂਦਾ ਹੁੰਦਾ ਸੀ, ਗਲਾਸ ਦਾ ਪਾਣੀ ਸੀ ਪੀਂਦਾ, ਜੱਗ ਨੂੰ ਖਾਲੀ ਕਰਕੇ ਰੱਖ ਦਿੰਦਾ ਸੀ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਬੰਦਿਆਂ ਦਾ ਬਾਪ ਵੀ ਚਲਿਆ ਗਿਆ, ਭਰਾ ਵੀ ਚਲਿਆ ਗਿਆ, ਕਾਰੋਬਾਰ ਤੇ ਵੀ ਅਸਰ ਪੈ ਗਿਆ, ਉਹ ਕਿਸੇ ਨੂੰ ਦੀਦਾ ਹੀ ਨਹੀਂ ਹੈਗਾ ਵੀ ਪਿੱਛੇ ਵਿਦੇਸ਼ ਪਾਉਂਦੇ ਹੈਗਾ ਕਿਸੇ। ਅੱਜ ਇਹ ਚੇਅਰ ਨਹੀਂ ਆ ਅਕਾਲੀਆਂ ਨੂੰ ਵੰਡਦੇ ਫਿਰਦੇ ਨੇ, ਕੋਈ ਯਾਰ ਉਹਨੂੰ ਕੋਈ ਮਾੜੀ ਮੋਟੀ ਉਹਨੂੰ ਦੇ ਦੋ ਕਹਿੰਦਾ ਮਾਨ ਸਾਹਿਬ ਉਹਦਾ ਵੀ ਸੋਚੇ। ਫਿਰ ਸਾਡੇ ਡਾਕਟਰ ਸਾਹਿਬ 92 ਤੋਂ ਚੋਣ ਲੜ ਕੇ ਲਾਵੇ ਪਰ ਤੋਂ ਉਹ ਹਾਰ ਗਏ। ਦਿਨ ਹਾਲਾਤ ਮਾੜੇ ਸੀ, ਉਹ ਸ਼ਹਿਰ ਜਾ ਕੇ ਰਹਿਣ ਲੱਗ ਗਏ, ਆਪਣੇ ਬੱਚੇ ਨੂੰ ਉੱਥੇ ਲੈ ਗਏ। ਉਹਨਾਂ ਦਾ ਖਾਟੂ ਪਾਣੇ ਲੋਕ ਘਰ ਨੂੰ ਮੰਗਦਾ ਸੀ ਵਿੱਚ ਆਪਣੀ ਸਹੂਲਤਾਂ। ਇਹ ਜਿਹੇ ਲੋਕ ਜਿਹਦੇ ਨਹੀਂ ਹੈਗੇ ਸਾਡੀ ਪਾਰਟੀ ਨੂੰ ਦੁੱਖ ਨਾਲ ਕਹਿਣਾ ਪੈਂਦਾ। ਹੁਣ ਜੇ ਖਰਾਬ ਬੋਲਦੇ ਆ ਤਾਂ ਵੀ ਔਖੇ ਆ, ਜੇ ਚੁੱਪ ਕਰਕੇ ਬਹਿ ਤਾਂ ਵੀ ਔਖੇ ਆ। ਲਾਪਰ ਇੱਕ ਤੁਸੀਂ ਗੱਲ ਕੀਤੀ ਕਿ ਲਾਪਰ ਸਿੰਘ ਗੁਰਦੇਵ ਸਿੰਘ ਲਾਪਰ ਦੇ, ਉਹਨਾਂ ਦੇ ਇੱਕ ਬੇਟੇ ਪ੍ਰਵਿੰਦਰ ਨੂੰ ਤਾਂ ਉਹਦੇ ਬੜੇ ਪੋਸਟਰ ਲੱਗੇ ਹੋਏ ਲੁਧਿਆਣੇ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਟਿਕਟ ਦਿੱਤੀ ਜਾ ਰਹੀ ਆ। ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਉਸ ਬਾਰੇ ਮੈਂ ਕਹਿਣਾ ਚਾਹੁੰਦਾ, ਮੈਂ ਅੱਜ ਨਹੀਂ ਕਹਿਣਾ, ਮੈਂ ਅਗਲੀ ਵੀਡੀਓ ਤੋਂ ਨਹੀਂ ਮਾਦਰ ਜੀ ਚਲੋ ਹੈਗੇ ਦਿਲ ਤੇ ਗੱਲ ਅੱਜ ਕਲੀਅਰ ਕਰ ਹੀ ਦਿੰਦੇ ਆ ਜੀ। ਨਹੀਂ ਅੱਜ ਥੋੜਾ ਜਿਹਾ ਮੈਂ ਪਹਿਲਾਂ ਆਹ ਕੰਮ ਕਰ ਲਵਾਂ, ਉੱਥੇ ਵੀ ਮੈਂ ਦੇਖਦਾ ਵੀ ਮੇਰੇ ਉੱਥੇ ਜਿਹੜੀ ਮੈਂ ਪਾਈ ਆ ਨਾ, ਤੇ ਉਹ ਮੇਰੀ ਤਿਆਰ ਕੀਤੀ ਪਈ ਹੈ। ਜਿਹੜੀ ਤੁਸੀਂ ਮੇਰੇ ਤੋਂ ਗੱਲ ਪੁੱਛਦੇ ਹੋ ਨਾ, ਉਹ ਮੇਰੀ ਤਿਆਰ ਕੀਤੀ ਪਈ ਹੈ। ਕਿ ਇਹ ਤਾਂ ਨਹੀਂ ਕਿ ਕਾਂਗਰਸ ਪਾਰਟੀ ਤੋਂ ਹੁਣ ਇੱਦਾਂ ਕਿ ਜਿਹੜੇ ਵੀ ਪਾਰਟੀ ਦਾ ਕੋਈ ਕਰਦਾ ਤਾਂ ਉਹਨੂੰ ਇੱਕ ਝੂਠਾ ਦਿਲਾਸਾ ਦਿੱਤਾ ਜਾਂਦਾ ਕਿ ਕੋਈ ਗੱਲ ਨਹੀਂ ਭਾਈ ਸ਼ੇਰਾਂ ਘਬਰਾਈ ਨਾਲ ਤੈਨੂੰ ਟਿਕਟ ਦੇ ਰਹੇ ਆ। ਉਹਨਾਂ ਦਾ ਹੱਕ ਵੀ ਹੈ ਹਰ ਟਿਕਟ ਮਿਲਣੀ ਵੀ ਉਹਨਾਂ ਨੂੰ। ਇੰਨੀ ਗੱਲ ਮੈਂ ਤੁਹਾਨੂੰ ਜ਼ਰੂਰ ਕਹੀ, ਉਹਨਾਂ ਦਾ ਹੱਕ ਵੀ ਆ, ਆਹ ਮਿਲਣੀ ਵੀ ਉਹਨਾਂ ਨੂੰ। ਇੱਕ ਇਹ ਚੀਜ਼ ਹੈ ਕਿ ਚਲੋ ਇੱਕ ਪੂਰੇ ਪੰਜਾਬ ਦੇ ਵਿੱਚ ਇੱਕ ਗੁਰਦੇਵ ਸਿੰਘ ਲਾਪਰ, ਚਲੋ ਉਹਨਾਂ ਨੂੰ ਅਸੀਂ ਬਹੁਤ ਪਹਿਲੇ ਧੰਨਵਾਦ ਕਰ ਦਿੰਦੇ ਹਾਂ ਕਿ ਉਹਨਾਂ ਦੇ ਬੇਟੇ ਨੂੰ ਇੱਕ ਟਿਕਟ ਮਿਲ ਰਹੀ ਹੈ। ਗੱਲ ਇੱਕ ਚੀਜ਼ ਹੈ ਕਿ ਉਸ ਤੋਂ ਇਲਾਵਾ ਕਈ ਤੁਸੀਂ ਗੱਲ ਕੀਤੀ ਕਿ ਕਈ ਪੁਰਾਣੇ ਟਕਸਾਲੀ ਕਾਂਗਰਸੀ ਬੈਠੇ ਆ, ਠੀਕ ਹੈ ਜੀ, ਜਿਨ੍ਹਾਂ ਨੇ ਅੱਤਵਾਦ ਦੇ ਟਾਈਮ ਦੇ ਵਿੱਚ ਵੀ ਤਸੱਦਦ ਦੇ ਵਿੱਚ ਚੱਲਿਆ, ਬੜਾ ਕੁਝ ਹੋਇਆ ਉਹਨਾਂ ਪਰਿਵਾਰਾਂ ਨਾਲ, ਮਗਰ ਇੱਕ ਚੀਜ਼ ਆ ਉਹਨਾਂ ਨੂੰ ਹੁਣ ਦੀ ਪਾਰਟੀ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ, ਕੋਈ ਦੇਖਿਆ ਨਹੀਂ ਜਾ ਰਿਹਾ। ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਣਗੌਲਿਆ ਤਾਂ ਗੱਲ ਤਾਂ ਇਹ ਆ, ਜੇ ਸਾਨੂੰ ਅਣਗੌਲਿਆ ਕਰਦੇ ਨੇ ਨਾ ਪਬਲਿਕ ਇਹਨਾਂ ਨੂੰ ਵੀ ਅਣਗੌਲਿਆ ਕਰ ਦੂਗੀ। ਇਹ ਕਿਸੇ ਭਲੇਖੇ 'ਚ ਨਾ ਰਹਿਣ। ਮੈਂ ਪਹਿਲਾਂ ਵੀ ਇਹ ਵੀਡੀਓ ਪਾਈ ਸੀ ਵੀ ਡੁੱਲਿਆ ਦੇਣਾ ਦਾ ਹਾਲੇ ਕੁਛ ਨਹੀਂ ਵਿਗੜਿਆ, ਤੇ ਤੁਸੀਂ ਥੋੜਾ ਜਿਹਾ ਹੁਣ ਦਿੱਲੀ ਵਾਲਿਆਂ ਨੇ ਮੁੱਖ ਮੰਤਰੀ ਬਣਾਤਾ ਅਮਰਿੰਦਰ ਸਿੰਘ ਨੂੰ। ਉਧਰ ਤਾਂ ਸੋਨੀਆ ਵੀ ਚੰਗੀ ਸੀ, ਉਧਰ ਰਾਹੁਲ ਵੀ ਚੰਗਾ ਸੀ, ਉਧਰ ਪ੍ਰਿਅੰਕਾ ਗਾਂਧੀ ਵੀ ਚੰਗੀ ਸੀ, ਤੇ ਜਿੱਦਣ ਉਹਨੂੰ ਪਾਸੇ ਕਰਤਾ ਉਧਰ ਪ੍ਰਿਅੰਕਾ ਵੀ ਇਹ ਨਾਲ ਹੀ ਬਣ ਗਈ, ਉਧਰ ਰਾਹੁਲ ਵੀ ਇਹ ਨਾਲ ਹੀ ਬਣ ਗਿਆ। ਹਾਈ ਕਮਾਂਡ ਦਾ ਫੈਸਲਾ ਵੀ ਬਣੋ ਜੀ, ਤੈਨੂੰ ਦੇਤਾ ਤੈਂ ਬਥੇਰੇ ਚੱਲ ਜਾ ਕੇ ਉਹਨੂੰ ਪੁੱਛਣ ਵਾਲਾ ਹੋ ਗਿਆ। ਤੂੰ ਮੈਂ ਪਹਿਲਾਂ ਵੀ ਕਿਹਾ ਸੀ ਵੀ ਪੰਜਾਬ 'ਚ ਦੋ ਬੰਦੇ ਰਾਜ ਕਰਦੇ, ਸਰਦਾਰ ਪ੍ਰਤਾਪ ਸਿੰਘ ਕੈਰੋਂ ਤੇ ਸਰਦਾਰ ਬਿਆਨ ਸਿੰਘ। ਹੁਣ ਥੋੜੀਆਂ ਤਾਂ 3 ਮੈਂਬਰੀ ਕਮੇਟੀ ਸੁਣ ਗਈ ਦਿੱਲੀ ਵਾਲੀ, ਚੰਨੀ ਬਣਾਤਾ ਮੁੱਖ ਮੰਤਰੀ। ਸਾਡੀਆਂ ਕੌਣ ਸੁਣਦੇ? ਅਸੀਂ ਕਿਤੇ ਨੂੰ ਜਾਈਏ? ਸਾਡੀਆਂ ਸੁਣਦਾ ਸੀ ਸਰਦਾਰ ਕੈਰੋਂ ਸਾਹਿਬ ਦਾ ਰਾਜ ਦੇਖਿਆ ਨਹੀਂ ਹੈਗਾ, ਸਾਡੀਆਂ ਸੁਣਦਾ ਸਰਦਾਰ ਬਿਆਨ ਸਿੰਘ। ਠੀਕ ਹੈ ਜੀ ਗੱਲ। ਹੁਣ ਸਾਡੇ ਆ ਦੇਖੋ ਜ਼ਿਮੀਂਦਾਰਾਂ ਲਈ ਕਾਨੂੰਨ ਸੀਗਾ, ਕੇਬਲ ਕਨੈਕਸ਼ਨ ਸਾਡੇ ਮਿਲਦੇ ਸੀਗੇ ਵੀ ਜਿਹਦੇ ਖੰਭਾ ਕੋਲ ਦੀ ਲੰਘਦਾ ਨਾ ਉਹਦੇ ਕੇਬਲ ਕਨੈਕਸ਼ਨ ਮੋਟਰ ਲਾ ਦੇ। ਉਸ ਤੋਂ ਬਾਅਦ ਬੰਦ ਕੋਲ ਕਨੈਕਸ਼ਨ ਸੀਗੇ, ਉਸ ਤੋਂ ਬਾਅਦ ਆਰਜੀ ਕਨੈਕਸ਼ਨ ਮੇਰੀਆਂ ਵੀ 2 ਮੋਟਰਾਂ ਜਿਹੜੀਆਂ ਸਾਡੇ ਕਿੱਥੇ ਗਏ ਉਹ? ਤੁਸੀਂ ਕਹਿੰਦੇ ਜੱਟਾਂ ਨੂੰ ਸਹੂਲਤਾਂ ਦੇਤੀਆਂ, ਆਹ ਕਰਤੀਆਂ, ਜੇ ਕਰਤੀਆਂ, ਸਾਡੇ ਕਿੱਥੇ ਗਏ ਉਹ? ਕਿਹਦੇ ਵਰਤ ਰਹੇ ਨੇ ਵੀ ਉਹ? ਸਾਡੇ ਕਿਸਾਨ ਯੂਨੀਅਨ ਵਾਲੇ 32 ਜਥੇਬੰਦੀਆਂ ਨੇ, ਕਦੇ ਇਹਨਾਂ ਨੇ ਮੰਗ ਉਠਾਈ ਆ ਵੀ ਆ ਸਾਨੂੰ ਦਿੱਤੀ ਹੋਈ ਸਹੂਲਤ ਤੁਸੀਂ ਕਿਉਂ ਖੋਹੀ ਜਾਏ? ਇਹ ਹੋਰ ਗੱਲਾਂ ਕਰਦੇ ਨੇ ਉੱਥੇ। ਮੈਂ ਵੀ ਕਿਸਾਨ ਹਾਂ, ਮੈਂ ਆੜ੍ਹਤੀਆਂ ਵੀ ਹਾਂ, ਮੈਂ ਕਿਸਾਨ ਵੀ ਹਾਂ। ਕਦੇ ਤੁਸੀਂ ਕਿਹਾ ਵੀ ਕੇਬਲ ਕਨੈਕਸ਼ਨ ਕਿੱਥੇ ਗਏ? ਕਦੇ ਤੁਸੀਂ ਕਿਹਾ ਵੀ ਬੰਦ ਕੋਲ ਕਨੈਕਸ਼ਨ ਕਿੱਥੇ ਗਏ? ਕਦੇ ਤੁਸੀਂ ਕਿਹਾ ਵੀ ਸਾਡੇ
ਆਪ ਦੀ ਕਨੈਕਸ਼ਨ ਕਿੱਥੇ ਮੰਗਣ ਵਾਲੀ ਮੰਗ ਇਹ ਵੀ ਨਹੀਂ ਮੰਨਦੇ ਹੈ ਠੀਕ ਹੈ ਕੀ ਸਰਕਾਰ ਦੇ ਖਿਲਾਫ ਬੋਲਦੇ ਆ ਤਾਂ ਵੀ ਮਾੜੇ ਆ ਜੇ ਚੁੱਪ ਕਰਕੇ ਬਹਿ ਆ ਤਾਂ ਵੀ ਨਹੀਂ ਬਹਿ ਹੁੰਦਾ ਹੈ ਇੱਕ ਇਹ ਹੈ ਚੀਜ਼ ਕਿ ਹੁਣ ਦੇ ਜਿਹੜੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਤਾਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਕਿ ਮੈਂ ਇੱਕ ਗਰੀਬਾਂ ਦਾ ਰੱਖਾ ਜੀ ਬੜੇ ਬੜੇ ਫਲੈਕਸ ਲੱਗੇ ਹੋਏ ਪੂਰੇ ਪੰਜਾਬ ਦੇ ਵਿੱਚ ਭਰਿਆ ਹੋਇਆ ਸਾਰਾ ਕਿ ਉਹਦੇ ਵਿੱਚ ਕਈ ਬਹੁਤ ਜ਼ਿਆਦਾ ਵਾਅਦੇ ਕੀਤੇ ਆ ਮਗਰ ਲੋਕਾਂ ਦੇ ਪ੍ਰਤੀ ਵੀ ਹਜੇ ਵੀ ਉਹਨਾਂ ਦੇ ਮਨਾਂ ਦੇ ਵਿੱਚ ਕਈ ਸ਼ੰਕਾ ਕਿ ਜਿਹੜਾ ਕਿ ਚਰਨਜੀਤ ਸਿੰਘ ਚੰਨੀ ਹੋਣੀ ਜਦੋਂ ਦੇ ਇਹਨੂੰ ਮੁੱਖ ਮੰਤਰੀ ਬਣਾਇਆ ਕਿ ਇਹ ਸ਼ਖਸ ਨੇ ਝੂਠ ਤੋਂ ਇਲਾਵਾ ਕੁਝ ਕੀਤਾ ਹੀ ਨਹੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਗੱਲ ਇਹ ਵੀ ਜਿਹੜੀ ਪਾਰਟੀ ਦਾ ਕੋਈ ਵਰਕਰ ਹੁੰਦਾ ਉਹਨੇ ਉਸ ਪਾਰਟੀ ਦੀ ਸਿਫਤ ਕਰਨੀ ਆ ਦੂਜੇ ਦੀ ਨਹੀਂ ਉਹਨੇ ਕਰਨੀ ਨਹੀਂ ਕਰਦਾ ਹੁਣ ਇਹ ਵੀ ਹੋਈ ਵੀ ਹੈ ਜੀ ਘਰ ਦਾ ਜੋਗੀ ਜੋਗਨਾ ਬਾਹਰ ਦਾ ਜੋਗੀ ਸਿੱਧ ਹੁਣ ਤੁਸੀਂ ਆਪ ਗੱਲ ਕਰ ਰਹੇ ਸੀ ਕਿ ਹਾਂ ਵੀ ਸਾਨੂੰ ਜਿਹੜੇ ਅਸੀਂ ਟਕਸਾਲੀ ਆ ਸਾਨੂੰ ਪੁੱਛਿਆ ਨਹੀਂ ਜਾਂਦਾ ਅਕਾਲੀਆਂ ਦੇ ਜਿਹੜੇ ਛੱਡ ਕੇ ਉਹਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਚੇਅਰਮੈਨੀਆਂ ਵੀ ਦਿੱਤੀਆਂ ਜਾਂਦੀਆਂ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਚੇਅਰਮੈਨੀ ਦੇ ਦਿਓ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਦੇ ਦਿਓ ਮੇਰੇ ਮੁੰਡੇ ਨੂੰ ਨੌਕਰੀ ਦੇ ਦਿਓ ਮੇਰੀ ਨੂੰਹ ਨੂੰ ਨੌਕਰੀ ਦੇ ਦਿਓ ਇਹ ਮਤਲਬ ਮਨ ਸਮਝਾ ਲਈਦਾ ਵੀ ਡਾਕਟਰ ਸਾਹਿਬ ਨਹੀਂ ਬੈਠੇ ਨੇ ਉਹ ਰਕੇਸ਼ ਪਾਂਡੇ 6 ਵਾਰ MLA ਬਣਿਆ ਉਹਨੂੰ ਵੀ ਕੁਛ ਮਿਲਿਆ ਜੋਰਾ ਸਿੰਘ ਤੁਹਾਨੂੰ ਕਿਹਦਾ ਵਿਚਾਰਾ ਪਰ ਮੇਰੀ ਤਾਂ ਕੋਈ ਮੰਗ ਨਹੀਂ ਹੈਗੀ ਰੌਲ ਤਾਂ ਮੇਰੇ ਇਹੀ ਆ ਵੀ ਮੇਰੀ ਕੋਈ ਮੰਗ ਨਹੀਂ ਹੈਗੀ ਮੈਨੂੰ ਕੋਈ ਮਤਲਬ ਨਹੀਂ ਮੈਂ ਤਾਂ ਕਰਮ ਵਾਲੇ ਤਾਂ ਲਿਖਿਆ ਹੈ ਤੈਅ ਕਰਕੇ ਪਾਰਟੀ ਦਾ ਘਾਹ ਪੁੱਤਣਾ ਮੈਂ ਕਹਾਂ ਮੈਨੂੰ ਚੇਅਰਮੈਨ ਬਣਾ ਦੋ ਮੈਨੂੰ ਮੈਂ ਆਪਣੇ ਕਰਮਾਂ ਨੂੰ ਵੀ ਦੋਸ਼ ਦਵਾਂ ਨਾ ਜਦ ਮੇਰੇ ਕਰਮਾਂ 'ਚ ਰੱਬ ਨੇ ਨਹੀਂ ਕੁਛ ਲਿਖਿਆ ਹੈਗਾ ਮੈਂ ਐਵੇਂ ਦਾਅਵੇ ਕਰਦਾ ਫਿਰੀ ਜਾਵਾਂ ਠੀਕ ਕਰਕੇ ਦਲਿਤ ਮੁੱਖ ਮੰਤਰੀ ਬਣਾਤਾ ਦਿੱਲੀ ਵਾਲੇ ਨੇ ਦੁੱਲੋ ਸਾਹਿਬ ਨੇ ਵੀਡੀਓ ਪਾਈ ਸੀ ਇੱਕ ਮੈਂ ਸੁਣਿਆ ਵੀ ਸਾਡਾ ਮੁੱਖ ਮੰਤਰੀ ਦਲਿਤ ਚਾਹੀਦਾ ਮਲਕੀਤ ਸਿੰਘ ਦਾਖੇ ਦੀ ਮਾਤਾ ਦਾ ਭੋਗ ਸੀ ਉੱਥੇ ਦੁੱਲੋ ਸਾਹਿਬ ਮੈਨੂੰ ਮਿਲ ਕੇ ਮੈਂ ਦੁੱਲੋ ਸਾਹਿਬ ਵੀ ਤੁਹਾਡੀ ਦਾ ਹਾਈ ਕਮਾਂਡ ਨੇ ਮਨੋਕਾਮਨਾ ਪੂਰੀ ਕਰਤੀ ਦਲਿਤ ਮੁੱਖ ਮੰਤਰੀ ਬਣਾਤਾ ਵੀ ਹੁਣ ਦਲਿਤਾਂ ਬਾਰੇ ਚੰਨੀ ਤਾਂ ਜਹਾਜ਼ ਮਿਲ ਗਿਆ ਦਲਿਤ ਮੁੱਖ ਮੰਤਰੀ ਬਣ ਗਿਆ ਉਹ ਤਾਂ ਜਹਾਜ਼ ਮਿਲ ਗਿਆ ਜੇ ਉਹਨੇ 10 ਕਿਲੋਮੀਟਰ ਤੇ ਜਾਣਾ ਤਾਂ ਵੀ ਜਹਾਜ਼ 'ਤੇ ਜਾਣਾ ਠੀਕ ਹੈ ਨਹੀਂ ਕਹਿੰਦਾ ਵੀ ਹੁਣ ਉਹਨੂੰ ਜਿਹੜੇ ਦਲਿਤ ਨੇ ਉਹਨਾਂ ਬਾਰੇ ਵੀ ਕੁਛ ਸੋਚਣਾ ਚਾਹੀਦਾ ਚਲੋ ਦੁੱਲੋ ਸਾਹਿਬ ਨੇ ਮੈਨੂੰ ਜਿਹੜਾ ਪੁੱਛ ਕਿਹਾ ਮੈਂ ਤੁਹਾਨੂੰ ਹੁਣ ਉਹ ਕਹਿ ਨਹੀਂ ਸਕਦਾ ਹੈਗਾ ਸਾਰਾ ਪੰਜਾਬ ਤਾਂ ਜਾਣਦਾ ਦੁੱਲੋ ਸਾਹਿਬ ਉਹ ਨਹੀਂ ਜਾਣਦੇ ਨੇ ਮਹਾਰਾਜ ਦੇ ਕੋਟਲੀ ਵਾਲਾ ਕੋਈ ਹੈਗਾ ਤੇ ਕਹਿੰਦੇ ਤੇਜ ਪ੍ਰਕਾਸ਼ ਬੈਠਾ ਸੀ ਇੱਥੇ ਉਹ ਮੈਂ ਦੇਖਿਆ ਅਮਰੇ ਸੀ ਲੈ ਗਈ ਉਹ ਵੱਡਾ ਭਰਾ ਫੇਰ ਪਾਵੇ ਦਾ ਮੈਂ ਕਹਿੰਦੇ ਤਿਆਰ ਹੋ ਫੇਰ ਡਾਕਟਰ ਸਾਹਿਬ ਕੋਲ ਚਲੇ ਉਹ ਕਹਿੰਦਾ ਡਾਕਟਰ ਸਾਹਿਬ ਵੀ ਐਂ ਕਰਕੇ ਵੀ ਉਹਨੂੰ ਭੇਜ ਹੈ SPDC ਬਲਵੰਤ ਸਿੰਘ ਗਾਰੋ ਸਾਹਿਬ ਨੇ ਉਹਨੂੰ ਫੋਨ ਲਾਇਆ SPD ਉਹਦੇ ਘਰ ਵਾਲੀ ਬੋਲੀ ਉਹ ਕਹਿੰਦਾ ਮੈਂ ਗੱਲ ਪੁੱਛਣਾ ਕਿੱਥੇ ਨੇ ਗਈ ਬਲਵੰਤ SPD ਸਾਹਿਬ ਉਹ ਕਹਿੰਦੀ ਇਹ ਤਾਂ ਰਾਤ ਦੇ ਆਈ ਨਹੀਂ ਹੈ ਚਲੋ ਉਹ ਕਹਿੰਦਾ ਸੁਖਦੇਵ ਸਿੰਘ ਵੀ ਐਂ ਕਰ ਵੀ ਤੂੰ ਜਹਾ ਉੱਥੇ ਦਫ਼ਤਰ 'ਚ ਬੈਠਾ ਹੋ ਉੱਥੇ ਮੇਰਾ ਨਾਮ ਹੈ ਉਹ ਕਹਿੰਦਾ ਉਹ ਡਰ ਗਿਆ ਉਹ ਡਰਦਾ ਪੁਲਿਸ ਤੇ ਕਹਿੰਦਾ ਜੀ ਮੇਰੇ ਤਾਂ ਨਹੀਂ ਗਿਆ ਹੁਣ ਵੀ ਤੁਸੀਂ ਉਹ ਕਹਿੰਦਾ ਚੰਗਾ ਫਿਰ ਮੈਂ ਇੰਸਪੈਕਟਰ ਨੂੰ ਭੇਜ ਦਿਆਂ ਉਹਨੂੰ ਗੁੱਸਾ ਸੀ ਗੱਲ ਸਾਹਿਬ ਨੂੰ ਉਹ ਕਹਿੰਦਾ ਸੁਖਦੇਵ ਸਿੰਘ ਗਰਮ ਦਾ ਫੋਨ ਆ ਮੇਰੇ ਭਰਾ ਨੂੰ ਕਹਿੰਦਾ ਗਰਮ ਦਾ ਫੋਨ ਆ ਕਹਿੰਦਾ ਉਹ ਕਹਿੰਦਾ ਚਾਹੇ ਗਰਮ ਦਾ ਚਾਹੇ ਕਿਸੇ ਦਾ ਮੈਂ ਨਹੀਂ ਜਾ ਸਕਦਾ ਉਹਨੇ ਫਿਰ ਗਰਜੀਤ ਰਮਾਣੇ ਨੂੰ ਫੇਰ ਫੋਨ ਲਾ ਲਿਆ ਉਹ ਕਹਿੰਦਾ ਹਾਂ ਗਰਜੀਤ ਤੋਂ ਕਹਿੰਦਾ ਉਹ ਪੱਦੀ ਵਾਲਾ ਮੁੰਡਾ ਵੀ ਫੇਰ ਲਿਆਂਦਾ ਉਹ ਕਹਿੰਦਾ ਜੀ ਹਾਂਜੀ ਵੀ ਉਹ ਮਤਲਬ ਪਿੰਡ ਜਾ ਕੇ ਕਹਿੰਦਾ ਵੀ ਮੈਨੂੰ ਉਹਨਾਂ ਨੇ ਕੁਛ ਕਿਹਾ ਨਹੀਂ ਮੈਂ ਦੱਸਿਆ ਨਹੀਂ ਕਹਿੰਦਾ ਵੀ ਕਹਾਣੀ ਕੀ ਹੈ ਗੱਲ ਸਭ ਗਰਜੀਤ ਨੂੰ ਕਹਿੰਦਾ ਤੂੰ ਆਖਰ ਗੱਲ ਦੱਸ ਦੇ ਕਹਿੰਦਾ ਜੀ ਉਹ ਰੋਟੀ ਰਾਟੀ ਖਾਧੀ ਹੋਈ ਉਹ ਕਹਿੰਦਾ ਰੋਟੀ ਤਾਂ ਪਹਿਲੀ ਪਤਾ ਵੀ ਰੋਟੀ ਖਾਧੀ ਹੋਈ ਉਹਨਾਂ ਦੇ ਘਰੇ ਕਹਿੰਦਾ ਹੁਣ ਉਹ ਆਕਾਸ਼ 'ਚ ਖਾਂਦੇ ਨੇ ਕਿ ਪਕਾਲ 'ਚ ਖਾਂਦੇ ਨੇ ਗੱਲ ਸਾਹਿਬ ਕਹਿੰਦੇ ਆਕਾਸ਼ 'ਚ ਖਾਂਦੇ ਨੇ ਕਿ ਪਕਾਲ 'ਚ ਖਾਂਦੇ ਜੇ ਤੈਨੂੰ ਕਿਹੜਾ ਕਹਿੰਦਾ ਵੀ ਜੇ ਕੋਈ ਕਸੂਰ ਆ ਮਾਰਦੇ ਗੋਲੀ ਕਹਿੰਦਾ ਮਕਾ ਕੰਮ ਕਹਿੰਦਾ ਮੁਕਦਾ ਕਰੋ ਕੰਮ ਕਹਿੰਦਾ ਤੇਰੇ ਮੂਹਰੇ ਬੰਨੇ ਹੱਥ ਜਾ ਕੇ ਨਾ ਅੱਗੇ ਘਰ ਨੂੰ ਜਾ ਕੇ ਨਾ ਗੱਲ ਬਾਤ ਕਰਨਾ ਬਹੁਤ ਗੁੱਸੇ ਹੁੰਦੇ ਠੀਕ ਹੈ ਇੱਕ ਪੁਲਿਸ ਕੋਲ ਪਰ ਅਸੀਂ ਉਹ ਚੀਜ਼ ਦੀ ਚਲੋ ਜੋ ਹੋਣਾ ਸੀ ਹੋ ਗਿਆ ਬਹੁਤ ਯਾਨੀ ਸਾਡੀ ਸਰਕਾਰ ਦੇ ਵਿੱਚ ਵੀ ਅਸੀਂ ਹੁਣ ਵੀ ਸਤਿਕਾਰ ਕਰਦੇ ਹਾਂ ਜਿੱਥੇ ਵੀ ਕੋਈ ਮਿਲ ਜਾਂਦਾ ਹੁਣ MLA ਨਾਲ ਗੁੱਸੇ ਗਿੱਲੇ ਆ ਕਿ ਉਹਨੂੰ ਕਾਹਨੂੰ ਟਿਕਟ ਮਿਲਦੀ ਆ ਮੈਂ ਕਈ ਵਾਰੀ ਪਹਿਲਾਂ ਵੀ ਸੁਣ ਕੇ ਅਸੀਂ ਮੇਰਾ ਕਿਸੇ ਬਟਣਾ ਆਪ ਦਾ ਬਣਿਆ ਪਰ ਬਹੁਤ ਦੁੱਖ ਆਉਂਦਾ ਜਿਵੇਂ ਡਾਕਟਰ ਸਾਹਿਬ ਪਰ ਜਾਂ ਰਕੇਸ਼ ਪਾਂਡੇ ਪਰ ਦੇਖ ਕੇ ਉਹਨਾਂ ਦਾ ਬਾਪ ਚਲਿਆ ਗਿਆ ਉਹਨਾਂ ਦਾ ਭਰਾ ਚਲਿਆ ਗਿਆ ਕਾਰੋਬਾਰ ਦੇ ਉਹਨਾਂ ਦੇ ਅਸਰ ਚਲਿਆ ਗਿਆ
ਉਹ ਦੀਦੇ ਨਹੀਂ ਕਿਸੇ ਨੂੰ, ਸਤਵੀਰ ਖੱਟੜੇ ਨਹੀਂ ਦੀਦੇ ਨੇ, ਤਾਜਪੁਰੀ ਦੇ ਮੁੰਡੇ ਦੀਦੇ ਨੇ, ਮਨੋਹਰ ਸਿੰਘ ਗਿੱਲ ਨਹੀਂ ਆ ਉਹ ਦੀਦੇ ਨੇ। ਇਹ ਜਿਹੜੇ ਛੋਟੇ ਨੇ ਜਿਨ੍ਹਾਂ ਦੇ ਬੱਚੇ ਰੁੜ ਕੇ ਭੁੱਖੇ ਮਰ ਗਏ, ਪਤਾ ਨਹੀਂ ਕਿਵੇਂ ਪੜੇ ਤਾਂ ਨਾ ਪੜੇ, ਉਹ ਦੀਦੇ ਨਹੀਂ ਹੈਗਾ। ਫਿਰ ਉਹ ਦੇਖੋ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਉੱਥੇ ਅੱਤਵਾਦ ਵੇਲੇ ਬੰਦੇ ਮਾਰੇ ਗਏ, ਪੁਲਿਸ ਵੀ ਮਰੀ, ਉਹ ਵੀ ਸਾਡੀ ਮਰੀ, ਹਿੰਦੂ ਵੀ 33-34 ਹਜ਼ਾਰ ਮਰਿਆ, ਉਹ ਵੀ ਸਾਡਾ ਮਰਿਆ, ਖਾੜਕੂ ਮਰੇ, ਉਹ ਵੀ ਸਾਡੇ ਮਰੇ। ਹੁਣ ਉਹ ਜ਼ਮੀਨਾਂ ਨੇ ਜਿਹੜੀਆਂ, ਉਹ ਜਿਹੜੇ ਮਤਲਬ ਬੰਦੇ ਮਾਰੇ ਗਏ ਭਰੋੜੇ ਕਰਾਰ ਦਿੱਤੇ, ਉਹਨਾਂ ਦੇ ਨਾਂ ਪੜੀਆਂ। ਹੁਣ ਕਿਸੇ ਨੇ ਕੁੜੀ ਵਿਆਹਣੀ ਹੈ, ਹੁਣ ਸਾਡਾ ਤਾਂ ਇਲਾਜ ਕਹਿੰਦੇ 7-8 ਕਰੋੜ ਕਿੱਥੋਂ ਪਹਿਨੋ, ਹੁਣ ਉਹ ਜ਼ਮੀਨਾਂ ਤਾਂ ਉਹ ਉਹਨਾਂ ਦੇ ਵਾਰਸਾਂ ਦੇ ਨਾਲ ਕਰ ਸਕਦੇ ਨੇ, ਉਹਦੇ ਤੇ ਤਾਂ ਕੋਈ ਖਜ਼ਾਨੇ ਤੇ ਬੋਝ ਨਹੀਂ ਪੈਂਦਾ ਹੈਗਾ। ਮੁੰਡਾ ਤਾਂ ਨਹੀਂ ਵਿਆਹ ਹੋ, ਨਾ ਵਿਆਹ ਹੋਵੇ, ਉਹ ਤਾਂ ਕੰਮ ਕਰਦਾ, ਕੁੜੀਆਂ ਕਿੱਧਰ ਨੂੰ ਜਾਣਗੇ। ਸਾਡੇ ਸਮਾਜ ਦੇ ਵਿੱਚ CP, DC, SP, IPS ਫਲਾਨਾ ਧਮਕਾਨਾ ਪੋਸਟਾਂ ਨੇ, ਇੱਕ ਜੱਜ ਦੀ ਪੋਸਟ ਆ। ਜੱਜ ਉਹਨੂੰ ਕਿਉਂ ਕਿਹਾ ਜਾਂਦਾ ਜੱਜ? ਉਹ ਜੱਜਮੈਂਟ ਕਰਦਾ, ਆਪਣਾ ਦੋਨਾਂ ਦਾ ਕੋਈ ਰੌਲਾ ਪੈ ਗਿਆ ਵੀ ਜੋਰਾ ਸਿੰਘ ਦੇ ਮਨ ਚ ਕੀ ਆ, ਸੰਧੂ ਸਾਹਿਬ ਦੇ ਮਨ ਚ ਕੀ ਆ, ਉਹਨੂੰ ਤਾਂ ਜੱਜ ਕਿਹਾ ਜਾਂਦਾ। ਸਾਡੀ ਜਿਹੜੀ ਔਰਤ ਆ, ਚਾਹੇ ਉਹ ਅਨਪੜ੍ਹ ਆ, ਚਾਹੇ ਉਹ BA BEd ਆ, ਚਾਹੇ ਉਹ ਮੈਡੀਕਲ ਨਰਸਿੰਗ ਆ, ਚਾਹੇ ਉਹ PCS ਆ, ਚਾਹੇ ਉਹ IPS ਆ, ਇਹਨੂੰ ਪਰਮਾਤਮਾ ਨੇ ਜਦ ਜਨਮ ਦਿੱਤਾ ਨਾ, ਤਾਂ ਇਹਨੂੰ ਜੱਜ ਦਾ ਸਰਟੀਫਿਕੇਟ ਨਾਲ ਦਿੱਤਾ ਵੀ ਤੂੰ ਜੱਜ ਹੈ। ਉਹ ਜੱਜ ਕਿਵੇਂ ਹੈ? ਜਦੋਂ ਤਾਂ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ, ਜਦੋਂ ਤਾਂ ਮੈਂ ਆਪਣੇ ਮਾਮੇ ਭੂਆ ਦੀ ਧੀ ਵੱਲ ਦੇਖਦਾ, ਉਹਨੂੰ ਮਿਲਦਾ, ਉਦੋਂ ਤਾਂ ਮੇਰੀਆਂ ਅੱਖਾਂ ਹੋਰ ਨੇ। ਜਦੋਂ ਮੈਂ ਬਗਾਨੀ ਧੀ ਭੈਣ ਵੱਲ ਦੇਖਦਾ, ਉਦੋਂ ਮੇਰੀਆਂ ਅੱਖਾਂ ਹੋਰ ਨੇ। ਤਾਂ ਫਿਰ ਉਹ ਗਾਹਾਂ ਜੱਜਮੈਂਟ ਕਰਦੀ ਆ ਵੀ ਇਹ ਜੋਰਾ ਸਿੰਘ ਦੇ ਮਨ ਚ ਮੈਂ ਆ, ਮੇਰੇ ਪ੍ਰਤੀ ਕੀ ਚੀਜ਼ ਆ। ਇਹ ਔਰਤ ਨੂੰ ਪਰਮਾਤਮਾ ਨੇ ਜੱਜ ਦਾ ਸਰਟੀਫਿਕੇਟ ਦਿੰਦੇ ਆ, ਉਹ ਬੰਦੇ ਦੇ ਅੰਦਰੋਂ ਬੁੱਝਦੀ ਆ, ਜਿਵੇਂ ਜੱਜ ਬੁੱਝਦਾ ਨਾ, ਉਹ ਬੰਦੇ ਦੇ ਅੰਦਰੋਂ ਬੁੱਝਦੀ ਆ ਵੀ ਇਹਦੇ ਮਨ ਚ ਕੀ ਆ। ਔਰ ਜਿੰਨੀ ਸਾਡੇ ਸਮਾਜ 'ਚ, ਮੈਂ ਤਾਂ ਪੰਜਾਬ 'ਚ ਕਹੂੰਗਾ, ਹਿੰਦੁਸਤਾਨ ਦਾ ਕਾਹਨੂੰ ਲਵਾਂ, ਜਿੰਨੀ ਔਰਤ ਦੀ ਦੁਰਦਸ਼ਾ ਇੰਨੀ ਅਵਾਰਾ ਗਊਆਂ ਦੀ ਨਹੀਂ। ਮੈਂ ਰੋਡਵੇਜ਼ ਦੀ ਬੱਸ ਦੇ ਵਿੱਚ ਬੈਠਿਆ ਲੁਧਿਆਣੇ, ਮੇਰੇ ਨਾਲ ਇੱਕ ਕੁੜੀ ਆ ਕੇ ਬੈਠੀ, ਉਹਨੇ ਸ਼ੀਟ ਦੇਖੀ, ਗੱਲ ਨਹੀਂ ਸੀ ਉੱਥੇ ਦੇਖੀ, ਪੜ੍ਹਦੀ ਸੀ ਵਿਚਾਰੀ। ਤਾਂ ਜਦੋਂ ਉਤਰਨ ਲੱਗੀ ਆ ਕੇ ਆਪਣੇ ਬੱਸ ਅੱਡੇ ਤੇ, ਡਰਾਈਵਰ ਨੂੰ ਪੂਰੇ ਕੋਈ ਢਿੱਕਾ ਲੱਗ ਗਿਆ, ਉਹਨੇ ਬ੍ਰੇਕ ਮਾਰੀ, ਉਹ ਕੁੜੀ ਵਿਚਾਰੀ ਪਿੱਛੇ ਸ਼ੀਟ ਤੇ ਡਿੱਗੀ। ਉਹ ਸ਼ੀਟ ਤੇ ਡਿੱਗੀ ਹੋਈ, ਰੋਡਵੇਜ਼ ਦੀ ਬੱਸ, ਸ਼ੀਟ ਟੁੱਟੀ ਗਈ। ਉਹ ਫੱਟੀ ਸੀਗੀ, ਸ਼ੀਟ ਤਾਂ ਹੈ ਨਹੀਂ, ਕੱਪੜਾ ਤਾਂ ਹੈ ਨਹੀਂ, ਆਪਾਂ ਨੂੰ ਪਤਾ ਹੀ ਆ। ਉਹਦੇ ਵਿਚਾਰੀ ਦੇ ਉਹ ਸਿਰ ਤੇ ਲੱਗੀ, ਪੱਟ ਦੇ ਵਿੱਚ, ਸਿਰ ਤੇ ਲੱਗੀ ਉਹਦੇ ਪੱਟ ਦੇ ਵਿੱਚ। ਤਾਂ ਉਹਦੇ ਮਾਸ ਦੇ ਵਿੱਚ ਖੂਨ ਸਿਗਿਆ। ਮੈਂ ਉੱਥੇ ਬੈਠਾ ਸੋਚਦਾ ਵੀ ਹੁਣ ਇਹਦੇ ਤੁਰ ਕੇ ਆਪਣੇ ਘਰ ਨੂੰ ਜਾਣਾ। ਜਿਹੜੇ ਲੋਕ ਦੇਖਣਗੇ ਵੀ ਲੜਕੀ ਦੇ ਪਜਾਮੀ ਦੇ ਵਿੱਚ ਖੂਨ ਸਿਗਿਆ, ਉਹ ਖੂਨ ਨਾਲ ਲਿਬੜੀ ਹੋਈ ਹੈ, ਤਾਂ ਉਹ ਲੋਕ ਕੀ ਕਹਿਣਗੇ? ਘਟੀਆ ਸੋਚ ਲੋਕਾਂ ਦੀ ਕਹੀ ਹੋਈ। ਘਟੀਆ ਸੋਚ ਨਹੀਂ, ਜੇ ਉਹਦੀ ਪਜਾਮੀ 'ਚ ਸਿਰ ਤੇ ਲੱਗੀ, ਫੱਟੀ ਟੁੱਟੀ ਹੋਈ ਦੀ, ਉਹਦੇ ਖੂਨ ਸਿਗਿਆ, ਚੰਗੀਆਂ ਭਲੀਆਂ ਦੱਸੋ। ਹੁਣ ਸਾਡੇ ਉੱਥੇ ਰੱਖਤਾ ਨਹੀਂ ਪੱਥਰ ਜੀ, ਮੁੱਲਾਪੁਰ ਬੱਸ ਅੱਡੇ ਦਾ ਜੀ, 100 ਕਰੋੜ ਲਾਉਣਾ ਤੁਹਾਡਾ, 100 ਕਰੋੜ ਫੂਕਣਾ ਤੁਹਾਡਾ, ਜਾਂ ਤਾਂ ਇਹਨਾਂ ਨੂੰ ਕਬਾੜ 'ਚ ਵੇਚ ਦਿਓ ਜਿਹੜੀਆਂ ਪੁਰਾਣੀਆਂ ਬੱਸਾਂ ਨੇ, ਜਾਂ ਇਹਨਾਂ ਦੇ ਸੀਟਾਂ ਲਵਾ ਦਿਓ। ਕਿੰਨੀ ਧੀਆਂ ਭੈਣਾਂ ਦੀ ਬੇਟੀ, ਕਿਹੜੇ ਲੋਕ ਦੇਖਣਗੇ ਲੜਕੀ ਦੀ ਪੰਜਾਬੀ ਨੂੰ ਖੂਨ ਲੱਗਿਆ ਹੋਇਆ, ਉਹ ਕੀ ਕਹਿਣਗੇ? ਜਾਂ ਤਾਂ ਉਹ ਰਾਜਾ ਵੜਿੰਗਾ, ਉਹ ਕਾਫੀ ਉਹ ਆਪਦੇ ਆਪ ਨੂੰ ਸਮਝੀ ਜਾਂਦਾ, ਕਦੇ ਰੋਡਵੇਜ਼ ਦੀ ਬੱਸ 'ਚ ਬੈਠ ਕੇ ਸਵਾਰੀ ਕਰੀ ਆ, ਆਪਾਂ ਆ ਕੇ ਵੀ ਨਵੀਆਂ ਬੱਸਾਂ ਦੱਸ। ਉਹ ਜਿਹੜੀਆਂ ਪਹਿਲੀਆਂ ਨੇ ਉਹਨਾਂ ਨੂੰ ਤਾਂ ਸਾਂਭ ਲਓ, ਠੀਕ ਹੈ ਜੀ। ਕੀ ਉਹਨਾਂ ਦੀ ਹੱਥ ਕੋਈ ਵੇਚ ਵਾਲੀ ਸ਼ੀਟ ਹੈਗੀ? ਦੱਸੋ ਲੜਕੀ ਦੇ ਉਹ ਜਿਹੜਾ ਕੋਈ ਦੇਖੋ ਕੀ ਕਹੂਗਾ, ਕਿੱਧਰ ਨੂੰ ਗਾਲੀ ਕਹੂਗਾ? ਆਪ
ਸੰਧੂ ਸਾਹਿਬ ਨੂੰ ਟਿਕਟ ਮਿਲ ਗਈ ਬੁੱਲਾਪੁਰ। ਇਹਦੇ ਪਿੰਡ ਮੇਰੇ ਘਰ ਦੇ ਚਾਚੇ ਦਾ ਮੁੰਡਾ ਵਿਆਹ ਹੋਇਆ, ਇਹਦੇ ਤਾਏ ਚਾਚੇ ਦਾ ਮੁੰਡਾ, ਮੇਰੇ ਉਹ ਆਈ ਬਣ ਗਏ। ਸਰਕਾਰ ਨੇ ਇਹ ਚੈਨਲ ਬਹੁਤ ਮੈਨੂੰ ਕਹਿੰਦੇ ਜੋਰਾ ਸਿੰਘ ਵੀ ਤੇਰਾ ਪਿੰਡ ਕਿਹੜੇ ਹਲਕੇ 'ਚ ਪੈਂਦਾ? ਮੈਂ ਕਿਹਾ ਮੇਰਾ ਪਿੰਡ ਗਿੱਲ ਹਲਕੇ 'ਚ। ਕਹਿੰਦੇ ਮੁੱਲਾਪੁਰ, ਤੇ ਉਹ ਇੱਧਰ ਚੰਡੀਗੜ੍ਹ ਜਾਂਦੇ ਰਹਿੰਦੇ ਨੇ, ਉਹ ਜਾਂ ਚੰਡੀਗੜ੍ਹ ਜਾਂਦੇ ਨੇ ਮੇਰੇ ਕੋਲ ਰਾਤ ਰਹਿ ਕੇ ਜਾਂਦੇ ਨੇ। ਕਹਿੰਦੇ ਵੀ ਉੱਥੋਂ ਸੰਧੂ ਸਾਹਿਬ ਨੂੰ ਆਪਣੇ ਨੂੰ ਟਿਕਟ ਮਿਲਦੀ। ਮੈਂ ਕਿਹਾ ਤੁਹਾਡਾ ਕੀ ਲੱਗਦਾ ਹੈ? ਕਹਿੰਦੇ ਤੁਹਾਨੂੰ ਪਰਿਵਾਰ ਤਾਇਆ ਚਾਚਿਆਂ ਤੂੰ ਕਹਿੰਦੇ ਮਿਲਿਆ ਨਹੀਂ ਇਹਨੂੰ ਕਿਹਾ ਜਾਂਦੀਆਂ 'ਚ? ਮੈਂ ਤਾਂ ਮਿਲਿਆ ਵੀ ਤਾਂ ਮਾਰਿਆ ਹੀ। ਚੱਲ ਕਹਿੰਦੇ ਵੀ ਉਹ ਟਿਕਟ ਮਿਲ ਤੂੰ ਚੱਲ ਆ ਗਏ। ਚਲੋ ਆ ਗਏ ਮੇਰੇ ਕੋਲੇ ਬੁੜੇ ਪਿੰਡ 'ਚ ਸਾਡੀ ਡਿਊਟੀ ਲੱਗ ਗਈ। ਆਖੀ ਵੀ ਉੱਥੇ ਗਏ, ਮੋਹਫਰ ਸਾਹਿਬ ਵੀ ਆਏ, ਬਿੱਟੂ ਦਾ ਭਰੋਈਆ ਤੇ ਆਪਣੇ ਕਮਲਜੋਤ ਮੋਗੇ ਵਾਲਾ MLA ਤੇ ਸੋਹਣ ਸਿੰਘ ਸਰਪੰਚ ਦੇ ਘਰੇ ਬੈਠੇ ਹਾਂ ਅਸੀਂ, ਚਾਹ ਪੀਣੇ। ਆਸ਼ੂ ਜੀ ਬੈਠੇ ਨੇ ਤੇ ਉਹ ਇਹ ਆਸ਼ੂ ਜੀ ਦਾ ਬਾਪ ਤੇ ਰਕੇਸ਼ ਪੰਡ ਦਾ ਬਾਪ ਇਕੱਠੇ ਹੀ ਰਹਿੰਦੇ ਸੀਗੇ। ਉਹ ਕਮਲਜੋਤ ਨੂੰ ਆਸ਼ੂ ਜੀ ਕਹਿਣ ਲੱਗੇ, ਕਹਿੰਦੇ ਮੇਰੇ ਪਿਤਾ ਜੀ ਦੇ ਦੋਸਤ ਨੇ। ਉਹ ਕਹਿੰਦਾ ਵੀ ਹੁਣ ਤਾਂ ਸਾਡਾ ਦੋਸਤ ਵੀ ਬਣ ਗਿਆ। ਅੱਛਾ ਜੀ, ਉੱਥੇ ਮੈਂ ਤੁਹਾਨੂੰ ਉਹਦੀ ਗੱਲ ਸੁਣਾਵਾਂ। ਇਹ ਕਾਂਗਰਸ ਪਾਰਟੀ ਦੀ ਵੋਟਾਂ ਸੀ ਉੱਥੇ ਸੋਮਵਾਰ ਦੇ ਦਿਨ ਦੀਆਂ। ਐਤਵਾਰ ਨੂੰ ਹੁਣ ਇਹ ਤਾਂ ਲੀਡਰ ਤਾਂ ਚਲੇ ਗਏ, ਰਹਿ ਗਏ ਅਸੀਂ ਉੱਥੇ। ਜੋਰਾ ਸਿੰਘ ਰਹਿ ਗਿਆ, ਇਹਨਾਂ ਦਾ ਭੋਲੀਆ ਰਹਿ ਗਿਆ, ਬਿੱਟੂ ਸਾਹਿਬ ਦੇ ਆਪਣੇ ਸੰਧੂ ਸਾਹਿਬ ਦੇ ਤਾਏ ਚਾਚੇ ਦਾ ਮੁੰਡਾ ਸੁਖਨੇ ਆ। ਉੱਥੇ ਜੀ ਰੁਪਈਏ ਮੁੱਕੇ, ਸਿੱਧੀ ਗੱਲ ਦੱਸਾਂ। ਮੈਂ ਹੈਡਰ ਨੂੰ ਫੋਨ ਕੀਤਾ, ਉਹਨੇ ਤਾਏ ਚਾਚੇ ਦਾ ਮੁੰਡਾ ਮਨਜੀਤ ਮਨਜੀਤ ਜੀ ਇੱਥੇ ਭੇਜੋ ਕੋਈ ਸਮਾਨ ਸਮੂਨ ਕਿ ਇੱਥੇ ਲੋਕ ਜਾਨ ਤੋਂ ਖਾਂਦੇ ਨੇ ਸਾਡੀ। ਉਹ ਭੇਜਦਿਆਂ ਮੈਂ ਸੋਹਣ ਸਿੰਘ ਸਰਪੰਚ ਨੂੰ ਕਿਹਾ, ਨਾ ਸੋਹਣ ਕਿੰਨੇ ਪੈਸੇ ਨਾਲ ਸਾਨੂੰ ਹਰੇਕ ਪਾਰਟੀ ਪੈਸੇ ਬਣਦੀ ਹੈ, ਕਿਹੜੀ ਲੋਕਲ ਕਿਉਂ ਵਾਲੀ ਗੱਲ। ਕਹਿੰਦਾ ਜੋਰਾ ਸਿੰਘ ਘੱਟੋ ਘੱਟ 50,000 ਰੁਪਏ ਚਾਹੀਦਾ। ਮੈਂ ਕਿਹਾ ਵੀ ਐਂ ਕਰੋ ਵੀ ਤੁਸੀਂ ਬੈਠੋ ਇੱਥੇ ਵੀ ਘੰਟਾ ਮੈਨੂੰ ਸਾਨੇ ਵਾਲ ਜਾਣ ਨੂੰ, ਘੰਟਾ ਮੈਨੂੰ ਆਉਣ ਨੂੰ, ਵੀ ਮੈਂ 50,000 ਲੈ ਕੇ ਆਇਆ। ਚਲੋ ਜੀ, ਮੈਂ HDFC ਬੈਂਕ 'ਚ ਮੇਰਾ ਖਾਤਾ ਸੀਗਾ। ਉਹ ਮੇਰੇ ਪਿੰਡ ਸੀ ਲੜਕੀ ਮਨਦੀਪ, ਮੇਰੀ ਗੋਦ ਦੀ ਬੇਟੀ ਆ ਉਹ, ਤੇ ਉਹਦਾ ਹਸਬੈਂਡ ਰਾਮਾ ਮੇਰੇ ਨਾਲ। ਜਦ ਅਸੀਂ ਬੈਂਕ ਦੇ ਮੂਹਰੇ ਆਏ ਤਾਂ ਸਾਡਾ ਲੱਗਿਆ ਹੋਇਆ। ਉਹ ਮਹਾਰਾਮ ਨੇ ਅੱਜ ਕਹਿੰਦਾ ਅੰਕਲ ਦਿਨ ਤਾਂ ਐਤਵਾਰ, ਸਾਲਾ ਦਿਨ ਦਾ ਪਤਾ ਵੀ ਕਿਹੜਾ। ਮੈਂ ਆਪ ਕੇ ਫੋਨ ਕੀਤਾ ਦੋਸਤ ਨੂੰ, ਮੈਂ ਕਿੱਥੇ? ਉਹ ਕਹਿੰਦੇ ਫੋਨ ਕਰਾਂ ਕਿ ਸ਼ਾਮ ਨੂੰ ਉੱਧਰ ਚਲੇ ਜਾਂਦੇ ਨੇ। ਦੂਜੇ ਨੂੰ ਫੋਨ ਕੀਤਾ, ਮੈਂ ਕਿੱਥੇ ਆ? ਕਹਿੰਦਾ ਫੋਨ ਕਰਾਂ। ਮੈਨੂੰ ਕਹਿੰਦੇ ਕੰਮ ਸੀ ਕੋਈ? ਕੰਮ ਤਾਂ ਸੀਗਾ, ਜਦ ਤੁਸੀਂ ਨਹੀਂ ਇੱਥੇ ਕੰਮ ਕੀ ਕਰੂੰਗਾ? ਮੈਂ ਕਿਸੇ ਸ਼ਰਾਬ ਦੇ ਠੇਕੇਦਾਰ ਦੇ ਘਰ ਗਿਆ। ਉਹ ਮੁੰਡਾ ਕਹਾਂ ਰੋਟੀ ਖਾ ਬੈਠਾ, ਮੈਨੂੰ ਕਹਿੰਦਾ ਆ ਜਾ ਕੇ ਰੋਟੀ ਖਾ। ਮੈਂ ਰੋਟੀ ਲੈ ਖਾਣੀ, ਮੈਨੂੰ ਰੁਪਈਆ 50,000 ਦੇ ਦੇ। ਆਹ ਫੜ ਚੈੱਕ, ਸਵੇਰੇ ਬੈਂਕ 'ਚੋਂ ਫੜਾ ਲਈ 50,000 ਰੁਪਈਆ ਲੈ ਕੇ ਗਿਆ। ਤਾਂ ਮੈਂ ਉੱਥੇ ਬੁੜੇ ਪਿੰਡ ਦੇ ਲੋਕਾਂ ਦੀ ਰਾਤ ਕਟਾਈ। ਇਹ ਆਏ ਨੇ ਮਾਰਕੀਟ ਵਾਲੀ ਨੂੰ ਢਾਉਣ, ਪੰਜਾਬ ਦੇ ਮਨ ਤੇ ਇਕੱਠੇ ਹੋ ਕੇ ਆ ਗਏ, ਕਹਿੰਦੇ ਇਹ ਵਾਲੀ ਨੂੰ ਢਾਉਣ ਚੱਲੇ ਆ। ਢਾਲਿਆ ਵਾਲੀ ਢੇਡਾ ਤਾਂ ਤੁਹਾਡੇ ਕੋਲ ਹੈ ਨਹੀਂਗਾ ਉੱਥੇ। ਸਰਕਾਰ ਹੁੰਦੇ ਜਿਮਨੀ ਚੋਣ ਸਰਕਾਰ ਹਾਰ ਜਾਵੇ, ਫਿੱਟੇ ਨੂੰ ਤੁਹਾਡੇ ਇਹੀ ਸਰਕਾਰ ਦੇ, ਠੀਕ ਹੈ ਨਹੀਂ ਗੱਲ। ਫੇਰ ਦੇਣਾ ਸੀ ਧਰਨਾ ਡੀਜ਼ਲ ਦੀਆਂ ਕੀਮਤਾਂ ਬਾਰੇ। ਸੋਹਣ ਸਿੰਘ ਸਰਪੰਚ ਦਾ ਮੈਨੂੰ ਫੋਨ ਆ ਗਿਆ, ਕਹਿੰਦਾ ਜੋਰਾ ਸਿੰਘ ਮੁੱਲਾਪੁਰ ਧਰਨਾ ਵੀ ਕੈਪਟਨ ਸੰਧੂ ਸਾਹਿਬ ਆ ਗਏ ਵੀ ਤੂੰ ਇੰਨੇ ਵਜੇ ਪਹੁੰਚ ਗਏ। ਮੈਂ ਕਿਹਾ ਪਹੁੰਚ ਗਿਆ। ਮੈਂ ਕਿਹੜਾ ਸੋਹਣ ਸਿੰਘ ਖੜਾ, ਕੈਪਟਨ ਸੰਦੀਪ ਸੰਧੂ ਖੜਾ। ਇੱਕ ਪਿੰਡ ਦੀ ਉੱਥੇ ਪੰਚਾਇਤ ਸੀ, ਖਬਰੀ ਮੋਤਬਰ ਬੰਦੇ ਸੀਗੇ। ਕਈ ਵਾਰੀ ਪਿੰਡਾਂ 'ਚ ਕਿਹੜਾ ਸਾਰੇ ਕੰਮ ਸੀ ਪੰਚਾਇਤਾਂ ਨੇ ਗੱਲ ਕੀਤੀ। ਉਹ ਕਹਿੰਦੇ ਜੀ ਆਹ ਸੰਧੂ ਸਾਹਿਬ ਸਾਡਾ ਕੰਮ ਹੈ ਕਿ ਐਂ ਕਰਕੇ ਤਾਂ ਮੈਂ ਉਹ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦਾ। ਜੇ ਮੈਂ ਨਾਂ ਲੈਤਾ ਤਾਂ ਜਿਹੜੀ ਉੱਥੇ MLA ਵਜ਼ੀਰ ਦੀ ਡਿਊਟੀ ਹੋਊ ਉਹ ਗੁੱਸਾ ਕਰੂਗਾ। ਉਹ ਕਹਿੰਦਾ ਇਸ ਪਿੰਡ 'ਚੋਂ ਅੱਜ ਤੱਕ ਕਦੇ ਕਾਂਗਰਸ ਨਹੀਂ ਹਾਰੀ। ਕੈਪਟਨ ਸੰਦੀਪ ਸੰਧੂ ਕਹਿੰਦਾ ਮੈਂ ਕਹਿੰਦਾ ਹਾਰਿਆ ਨਹੀਂ, ਮੈਨੂੰ ਹਰਾਇਆ ਗਿਆ। ਤੁਹਾਡੇ ਪਿੰਡ 'ਚੋਂ ਕਹਿੰਦਾ ਅੱਜ ਤੱਕ ਕਾਂਗਰਸ ਨਹੀਂ ਹਾਰੀ, ਮੈਂ ਕਿਵੇਂ ਹਾਰ ਗਿਆ? ਮੈਨੂੰ ਕਹਿੰਦਾ ਹਰਾਇਆ ਗਿਆ। ਇਹ ਕੈਪਟਨ ਸੰਧੂ ਦੇ ਇਲਾਕੇ 'ਚ ਮੈਂ ਸੋਹਣ ਸਿੰਘ ਸਰਪੰਚ ਕੋਲੇ ਖੜਾ, ਮੈਨੂੰ ਕਹਿੰਦਾ ਹਰਾਇਆ, ਮੈਂ ਹਾਰਿਆ ਨਹੀਂ ਹੈਗਾ। ਹੁਣ ਤੁਸੀਂ ਇਹਨੂੰ ਦੱਸੋ। ਹੁਣ ਦਾਖਿਆਂ ਦੀ ਸ਼ੀਟ ਆ ਮੁੱਲਾਪੁਰ ਦਾਖੇ ਦੀ, ਕੈਪਟਨ ਸੰਦੀਪ ਸੰਧੂ ਮੁਕਤਸਰ ਜ਼ਿਲ੍ਹੇ ਨਾਲ ਸੰਬੰਧਿਤ
ਉੱਥੇ ਕੋਈ ਕੰਜਰ ਹੈ ਹੀ ਨਹੀਂਗਾ ਮੁੱਲਾਪੁਰ ਚ ਕਾਂਗਰਸੀ। ਹਾਰ ਦੇ ਤਾਂ ਇਹ ਆਪ ਹਾਰ ਨੂੰ ਤੇ ਆਪ ਸੱਦੇ ਮਾਰਦੇ ਵੀ ਆ ਜਾ, ਜਿੱਤ ਦੀ ਲੋੜ ਨਹੀਂ ਹਾਰਨ ਦੀ ਲੋੜ। ਕੈਪਟਨ ਸੰਧੂ ਸੰਦੀਪ ਦਾ ਉੱਤੇ ਮੁੱਲਾਪੁਰ ਚ ਕੀ ਹੱਕ ਆ? ਉਹ ਮੇਜਰ ਭੈਣੀ ਹੋਣੀ ਫਿਰਦੇ ਨੇ ਘਾਹ ਖੋਦਦੇ, ਮੇਜਰ ਸਿੰਘ ਮੁੱਲਾਪੁਰ ਹੋਣੀ ਘਾਹ ਖੋਦਦੇ ਫਿਰਦੇ ਨੇ, ਉਹ ਉੱਥੋਂ ਨਹੀਂ ਕਿਸੇ ਨੂੰ ਟਿਕਟ ਦੇ ਸਕਦੇ। ਸੰਧੂ ਨੂੰ ਟਿਕਟ ਦੇ ਰਹੇ ਮੁੱਲਾਪੁਰ ਤੋਂ, ਅੱਗੇ ਤਾਂ 15,000 ਤੇ ਹਾਰੇ ਤਾਂ ਹੁਣ 20,000 ਤੇ ਅਗਲੇ ਗੁੱਸਾ ਕਰਦੇ ਨੇ। ਅਗਲਾ ਕਹਿੰਦਾ ਯਾਰ ਅਸੀਂ ਫਿਰਦੇ ਅਸੀਂ ਇੱਥੇ ਫਿਰਦੇ ਹਾਂ। ਇੱਕ ਮੈਂ ਇੱਕ ਮੇਜਰ ਸਿੰਘ ਮੁੱਲਾਪੁਰ, ਅਮਰਿੰਦਰ ਸਿੰਘ ਦੀ ਤਰੀਕ, ਅਸੀਂ ਦੋਨੇ ਬੰਦੇ ਪੂਰੇ ਖੜੇ ਹੁੰਦੇ ਸੀ। ਰਾਣੇਂਦਰ ਨਾਲ ਮੇਰੀ ਫੋਟੋ ਵੀ ਆ ਗਈ ਸੀ। ਉਹਦਾ ਜਮਾਈ ਉਹ ਜੱਜ ਲੇਟ ਆਇਆ, ਤਰੀਕ ਤੋਂ ਬੈਠੇ ਬਾਹਰ ਕੱਢ ਕੇ ਤੁਸੀਂ ਮੈਂ ਤੇਰਾ ਪਿੰਡ ਜਿਹੜਾ, ਕਹਿੰਦਾ ਪਿੰਡ ਤਾਂ ਮੇਰਾ ਸ਼ਹਿਰੀ ਸ਼ੰਕਰ ਆ, ਰਹਿਣੇ ਅਸੀਂ ਦਿੱਲੀ। ਅੱਛਾ, ਕਹਿੰਦਾ ਆ ਰਹੇ ਟੈਲੀਫੋਨ ਨੰਬਰ ਤੇ ਤੂੰ ਜੇ ਕਹਿੰਦਾ ਫੋਨ ਕਰਾਂਗੇ ਜਾਂ ਮੈਂ ਵੀ ਜਾਂ ਮੇਰਾ ਬਰਦਰ। ਰਾਣੇਂਦਰ ਮੈਨੂੰ ਕਹਿੰਦਾ ਵੀ ਚੱਲ ਅੰਕਲ ਤੂੰ ਸਾਡੇ ਔਖੇ ਵੇਲੇ ਕਹਿੰਦਾ ਵੀ ਆਇਆ ਵੀ ਅੱਜ ਕੋਈ ਨਹੀਂ ਹੈਗਾ, ਜੇ ਕੋਈ ਕੰਮ ਹੁੰਦਾ ਦੱਸ ਦਿਆ ਪਰ। ਮੈਂ ਕਿਹਾ ਮੈਨੂੰ ਕੰਬੀ ਨਹੀਂ ਹੈਗਾ। ਇੱਕ ਦੋ ਵਾਰ ਮੈਂ ਮਿਲਣ ਗਿਆ, ਉੱਥੇ ਮੇਰੇ ਲਈ ਮਿਲਿਆ ਹੈਗਾ। ਤੇ ਚਲੋ ਪਰ ਜਾਣੀ ਇਹ ਸਾਡੀ ਪਾਰਟੀ ਦੇ ਵਿੱਚ ਇਹ ਜਿਹੜੇ ਅਕਾਲੀਆਂ ਨੂੰ ਮੂਹਰੇ ਕਰਦੇ ਨੇ ਨਾ, ਕੱਲ੍ਹ ਦੇ ਕੱਲ੍ਹ ਹੀ ਅੱਜ ਦੇ ਚੇਅਰਮੈਨ ਕੀ ਹੱਥ ਹੈ ਇਹਨਾਂ ਦਾ। ਤੇ ਇਹਦਾ ਮਤਲਬ ਫਿਰ ਸਾਡੀ ਕਿਹੜਾ ਅਕਾਲੀਆਂ ਨਾਲ ਗੋਲੀ ਚੱਲੀ ਹੋਈ ਹੈ? ਜੇ ਤੁਸੀਂ ਉਹਨਾਂ ਨੂੰ ਲਿਖ ਦੇਣੀ ਹੈ ਫਿਰ ਸਾਨੂੰ ਕੀ ਲੋੜ ਲੜਾਉਂਗੀ ਉਹਨਾਂ ਨਾਲ? ਮੇਰਾ ਬੁਰਾ ਚਲੋ ਮੈਂ ਕਹਾਂ ਲੀਡਰਾਂ ਚ ਕਸੂਰ ਆ, ਲੀਡਰਾਂ ਚ ਵੀ ਨਹੀਂ ਕਸੂਰ। ਸਰਦਾਰ ਬੇਅੰਤ ਸਿੰਘ ਕਟਾਣਾ ਸਾਹਿਬ, ਤੁਸੀਂ ਗੁਰੂ ਘਰ ਦੇਖਿਆ ਉਹ ਇੱਕ ਪਾਸੇ ਆ, ਕਟਾਣਾ ਸਾਹਿਬ ਪਿੰਡ ਦੀ ਜ਼ਮੀਨ ਦੂਜੇ ਪਾਸੇ ਆ। ਕਟਾਣਾ ਸਾਹਿਬ ਦੇ ਲੋਕ ਸਰਦਾਰ ਬੇਅੰਤ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਵੀ ਸਾਡਾ ਪੁੱਲ ਲਾਓ, ਵੀ ਜ਼ਮੀਨ ਉੱਧਰ ਆ ਅਸੀਂ ਇੱਧਰ ਆ, ਵੀ ਅਸੀਂ ਤਾਂ ਭੁੱਖੇ ਮਰਦੇ ਹਾਂ। ਸਰਦਾਰ ਬੇਅੰਤ ਸਿੰਘ ਨੇ ਕਟਾਣਾ ਸਾਹਿਬ ਦਾ ਪੁੱਲ ਲਾਇਆ। 2% ਵੋਟ ਬੇਅੰਤ ਸਿੰਘ ਦੇ ਸਰਦਾਰ ਦੀ ਉਲਟ ਪਈ, 98% ਵੋਟ ਸਰਦਾਰ ਬੇਅੰਤ। ਆਸਾਨ ਮੰਨੇ ਨਾ ਲੋਕਾਂ ਨੇ। 1985 ਦੇ ਵਿੱਚ ਜਦੋਂ ਦਵਿੰਦਰ ਸਿੰਘ ਰਸਤੇ ਨਾਮ ਉਹ ਸਾਹਮਣੇ ਹੋਏ, ਖੰਨੇ ਗਿਣਤੀ ਸਰਦਾਰ ਬੇਅੰਤ ਸਿੰਘ ਨੂੰ ਮਹਿਕਮੇ ਵਾਲੇ ਕਹਿਣ ਲੱਗੇ ਵੀ ਸਰਦਾਰ ਜੀ ਕਿੱਥੋਂ ਗਿਣਤੀ ਸ਼ੁਰੂ ਕਰੀਏ? ਸਰਦਾਰ ਬੇਅੰਤ ਸਿੰਘ ਕਹਿੰਦੇ ਕਟਾਣਾ ਸਭ ਤੋਂ ਸ਼ੁਰੂ। ਜਦੋਂ ਕਟਾਣਾ ਜੋਨ ਖੋਲਿਆ, ਸਰਦਾਰ ਬੇਅੰਤ ਸਿੰਘ ਉਸ ਜੋਨ ਚੋਂ ਹਾਰ ਗਏ। ਸਰਦਾਰ ਬੇਅੰਤ ਸਿੰਘ ਉੱਥੇ ਕਹਿਣ ਲੱਗੇ, ਦਾਖਾ ਸਾਹਿਬ ਨੂੰ ਪਤਾ ਹੋਊਗਾ ਗਿਣਤੀ ਤੇ ਹੋਣਗੀ, ਕਹਿੰਦੇ ਵੀ ਆਪਣਾ ਸ਼ੀਟ ਹਾਰ ਗਏ। ਉਹ ਕਹਿੰਦੇ ਨਹੀਂ ਜੀ ਉਹ ਦਰਾਹਾ ਪਿਆ ਪੈਰ ਫਲਾਣਾ। ਉਹ ਕਹਿੰਦਾ ਦਰਾਹਾ ਪੈਰ ਕੀ ਕਰੂ, ਜਦੋਂ ਕਟਾਣੇ ਚੋਂ ਹਾਰ ਗਏ ਆਪਾਂ ਹਾਰ ਗਏ। ਜਿੱਥੇ ਇੰਨੇ ਕੰਮ ਕੀਤੇ ਉੱਥੋਂ ਦੀ ਵੋਟ ਪਈ। ਕਾਦਮ ਲੋਕ ਵੀ ਨਹੀਂ ਕਰਦੇ, ਖੇਤਰ ਦੇ ਯਾਰ ਅਸੀਂ ਵੀ ਪੂਰੇ ਆ। ਹਾਰ ਗਿਆ ਸਰਦਾਰ ਬੇਅੰਤ ਸਿੰਘ, ਹਾਰ ਗਿਆ 8000 ਫਿਰ ਕੀ ਸਾਡੇ ਆ ਗੈਸ ਵਾਲੀ ਪਾਈਪ ਲਾਈਨ ਇਹ ਸਾਡੇ ਪਿੰਡ 'ਚ ਨਿਕਲ ਗਈ, ਮੇਰੇ ਖੇਤ ਦੇ ਵਿੱਚ ਵੀ ਨਿਕਲ ਗਈ। ਚਲੋ ਜੀ ਕਿਤੇ ਕੋਈ ਹੱਥ ਨਾ ਹੋਵੇ, ਬੁਰਾ ਹਾਲ ਹੋ ਗਿਆ ਵੀ ਸਾਰੀਆਂ ਆਹੀ ਜ਼ਮੀਨ ਸੀ ਸੜਕ ਨਾਲ ਲੱਗਦੀ ਵੀ ਇਹੀ ਪਾਈਪ ਲਾਈਨ ਨਿਕਲ ਗਈ, ਇਹਦੇ ਨਾਲ ਦਾ ਖੇਤ ਵੀ ਨਹੀਂ ਕਿਸੇ ਲੈਣਾ। ਕੁਦਰਤ ਰੱਬ ਦੀ ਇਹ ਚੀਜ਼ ਹੋਈ। ਸਾਡੇ ਪਿੰਡ ਤਵਾੜੀ ਸਾਹਿਬ ਅਮਰੀਕ ਤਵਾੜੀ ਸਾਡੇ MP ਸੀ, ਉਹ ਆ ਗਏ। ਜਦ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਆਉਣਾ, ਮੈਂ ਆਲੇ ਦੁਆਲੇ ਫੋਨ ਕਰਦੇ ਸਾਰੇ ਖਨਾਸਰ ਸੀਗੇ ਡੁਗਰੀ ਦੇ ਆ ਜੀ, ਲੁਧਿਆਣੇ ਤੋਂ ਡੁਗਰੀ ਆ ਗਏ, ਪੱਟੇ ਗਏ ਲੁੱਟੇ ਗਏ ਵੀ ਉਹ ਵੀ ਖੇਤ ਆ, ਬਾਕੀ ਤਾਂ ਪੱਟੇ ਚਰੀ ਬੀਜਣ ਵਾਲੀ। ਚਲੋ ਭਗਵਾਨਪੁਰੇ ਦੀ ਜਾਣ ਸੀ, ਉਸ ਤੋਂ ਬਾਅਦ ਅਗਲੀ ਦਾ ਪਿੰਡ ਭਗਵਾਨਪੁਰਾ ਸੀ, ਉੱਧਰੋਂ ਦਬੋਗੀ ਵਾਲੇ ਆ ਗਏ, ਇਹਨਾਂ ਦੀ ਰਿਸ਼ਤੇਦਾਰੀ ਸੀ ਦਬੋਗੀ ਬੰਦ ਚੇਅਰਮੈਨ ਹੁੰਦਾ, ਉਹ ਵੀ ਇਕੱਠੇ ਹੋ ਗਏ ਸੀ ਹੋਏ ਪਿੱਟੇ। ਮਨੀਸ਼ ਤਿਵਾੜੀ ਨੇ ਪਤਾ ਨਹੀਂ ਪ੍ਰਧਾਨ ਮੰਤਰੀ ਨੂੰ ਕਿਹਾ, ਪਤਾ ਨਹੀਂ ਪੈਟਰੋਲ ਮੰਤਰੀ ਨੂੰ ਕਿਹਾ, ਸਾਡੇ ਵਾਲੀ ਪੈਪ ਚੱਕੀ ਉੱਥੋਂ ਆ ਜਿਹੜੀ ਸ਼ੰਕਰ ਦੇ ਆਪਣੇ ਭੁੱਟੇ ਦੇ ਯਾਰ ਮਕੰਦ ਬੋਦੇ ਇੱਥੇ ਪੈਪ ਕਰਤੀ। ਕਿੱਡਾ ਵੱਡਾ ਆਸਾਨ ਕੀਤਾ ਸਾਡੇ। ਉਸ ਤੋਂ ਬਾਅਦ ਦਾਖਾ ਸਾਹਿਬ ਦੀ ਚੋਣ ਆ ਗਈ, ਇਲੈਕਸ਼ਨ ਆ ਗਈ। ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਉਹ ਪੈਪ ਲਾਈਨ ਲੰਘੀ ਸੀ ਨਾ, ਉਹ ਗੂੜੀਆਂ ਨੀਲੀਆਂ ਪੱਗਾਂ ਬੰਨੀ ਬੈਠੇ ਸਜੇ। ਮੈਂ ਹੱਸਣ ਲੱਗ ਗਿਆ, ਮੈਂ ਪੱਗਾਂ ਅੱਜ ਲਿਆਂਦੀਆਂ ਨੇ ਕਿ ਕੱਲ੍ਹ ਲਿਆਂਦੀਆਂ ਨੇ ਕਿ ਪੁਰਾਣੀ ਨਹੀਂ, ਕਹਿੰਦੇ ਕੱਲ੍ਹ ਨਵੀਆਂ ਲਿਆਂਦੀਆਂ ਨੇ। ਉਹਨਾਂ ਬੰਦਿਆਂ ਨੇ ਵੀ ਕਾਂਗਰਸ ਨੂੰ ਵੋਟ ਨਹੀਂ ਪਾਈ। ਜੇ ਭਲਾ ਫਿਰ ਸਾਡਾ ਮਨ 'ਚ ਗੁੱਸਾ ਇੰਨਾ ਜ਼ਿਆਦਾ ਆਇਆ ਨਾ,
मैं चंडीगढ़ गया इन्होंने हेड ऑफिस गड्डी लेके चला गया। मैं कहा जी वो जी पाइपलाइन भी वो नंगी सीगी जी वो कैंसल हो के उत्थे भी दोबारा साढ़े पिंड आ सकती है भी उत्थे भी निकल वो कहते हुण नहीं निकलनी हुण तो पेगी कह के कहते तुसीं कैंसल कराई है कदर असीं भी नहीं करते है। हुण मेरा एक काम नहीं होया वो तो मेरे याद आ भी मेरा काम नहीं होया जेडे मेरे नवे हो गए वो नहीं मेरे याद एक जो मेरा नहीं होया वो मेरे याद जिवें कहावत आ भी 100 बाह एक सुहागा 100 बार जमीन बाहरों एक बार सुहागा दे दो वो इको ही हो जाती है। इस जे लीडर मेरा पूरा दोष दईए कसूर वर्कर से भी बहुत सा ये भी कहना बस काम ले लिया बस हम आप जानते ये भी एक प्रकार सुखदेव सिंह ढींडसे मैं पहला भी वीडियो पाई सी भी तेरे को बाप वाले किले 4 सी तू मैनू 5वां दस तेरा कित्थे सी हुण तेरे कोल की कुछ हुण बादल माड़ा हो गया। इन्हां लोकां नूं नहीं बादल नूं माड़ा कहना चाहिए बादल माड़ा कहने वाले तो असीं बथेरे हैं कोई किसी का आसान है ना जो जे कोई बंदा किसी से कर दे नक्षत्र सिद्धू ते मान सिंह गाटे की आड़ी पूरी सी कचहरी मेरी तरीक वो मांग दे देन सारी ठंड लगी मसा चले इतने आत्मकार हुए मूली भी लंघना सी मसा इतने घुट लाने मेरे कमी पैंती सी उत्थे ठेकियां ते भी जोरा से भी कमी पा लिया तो जब मैं गाह गया तो नक्षत्र सिंह सिद्धू बैठा सत श्री अकाल भाई सत श्री अकाल चलो वो कहते चाह लियो गई जो करिंदा चाह लैन तुर लग्या कहना नहीं भी नहीं चाह ना लियो पैग लियाओ जबरदस्त दोस्त आए चलो पैग ला लिया जी ठेके ने गल्लां चल पईयां ठेके कहना हुणे ठेका घटे जांदा पुल लग गया चलो गल चलदी चलदी मान सिंह माड़े उन्हां ते आ गए जो 2002 के सीए बनिया अमरिंदर सिंह उदू पहला 9:30 बजे DTC का फोन आया सिद्धू मैंने दसदा भी थोड़ी है जी मान सिंह गाटे के नौके मारती सारा जिला चलो जी गोली शुरू हो गई 1 2 3 मान सिंह गया सारा जिला मान सिंह गया नक्षत्र सिंह सिद्धू मैनू कहना मैं माड़े पूछा भी माड़े सच बोली गई आ रही सी जे मान सिंह ने गाके इतने गए ने ना ये कोई शक नहीं भी नक्षत्र सिंह सिद्धू के सिर पर गए कहना माड़ा मैनू कहना भाई कहना मैं साढ़े किन्ने पैसे बचे कहना मैनू कहना भाई 35 करोड़ बचे 35 करोड़ कहना मैं क्या भी बादल साहब ने हिसाब के नजर दिता कहना 3.5 करोड़ का कहना 3.5 करोड़ का हुण मान सिंह गाटे भी कहना बदल माड़ा कि जो ठेके संबंध से उदों तो सही थी उदों सही थी हुण मान सिंह गाटे भी कहना बदल माड़ा इन्हां लोकां नूं नहीं चलो वो 35 करोड़ से मारो गोली 35 करोड़ तो बिना होर बहुत कुछ मान सिंह गाटे ने बनाया जिन्ना मान सिंह गाटे का सत्कार बादल करता सी नहीं करता सी चलो ये तो गल हुई फिर नवे पिंडी हत्याकांड वाले केस के मान सिंह गाटा कैद कर लिया है हुण जरनैल 5-6 भाई सी जो कैद करके आ गया फिरोजपुर जेल तो फिर मानसू ने देखा भी गाह भी नवे पिंडी जरनैल होई वो भी जिवें झटकई बकरे वढ़ लेंदा ना जोड़ा नाल वो जरनैल फिर बंदे ऐ वढ़ लेंदा सी इहने कहा भी हुण जरनैल बैठा भी हुण मैं पिंडां च निकलना भी है भी गड्डियां भी चाहिए ने 15 रफल वाले भी चाहिए ने जिंदगी किवें पास होगी चलो जी बादल साहब नूं कहंदा याद ख्याल ना भी अफसर हुंदी है लोकां दी कहंदा जी हुण जिंदगी है जिहड़ी मैं थोड़े लेखे रोड़ी भी थोड़ी गड्डी जे रहना बंदूक लेके बादल साहब भी कहते ने सरदार मान सिंह गाटे ने मेरी राखी की अतबाद के दिनों कि जोरा सिंह मान फिरोजपुर MP ये मेरी कार के बंदूक लेके कहते बादल साहब मान सिंह गाटे ने थोड़ी राखी नहीं की
ਮਾਨ ਸਿੰਘ ਗਰਚੇ ਨੇ ਆਪਣੀ ਜ਼ਿੰਦਗੀ ਤੁਹਾਡੀ ਕਾਰ 'ਚ ਬੈਠ ਕੇ ਕੱਢੀ ਆ। ਤੁਹਾਡੇ ਕੋਲ AK-47 ਸੀ, ਤੁਹਾਡੀਆਂ ਕਾਰਾਂ ਸੀ, ਤੁਹਾਡੇ ਹੋਟਲ, ਸਾਰਾ ਕੁਝ ਤੁਹਾਡਾ ਸੀ। ਮਾਨ ਸਿੰਘ ਦੀ ਰਾਖੀ ਤੁਸੀਂ ਕੀਤੀ ਹੈ। ਤੁਹਾਡੇ ਬਾਦਲ ਸਾਹਿਬ ਬਹੁਤ ਵੱਡਾ ਮਨ ਭੁਲੇਖਾ। ਅਗਰ ਪ੍ਰਕਾਸ਼ ਸਿੰਘ ਬਾਦਲ ਦੀ ਕਾਰ ਦੇ ਵਿੱਚ ਮਾਨ ਸਿੰਘ ਗਰਚਾ ਨਾ ਬਹਿੰਦਾ ਤਾਂ ਹੋ ਸਕਦਾ ਇਹ ਬੰਦਾ ਅੱਜ ਦੁਨੀਆ ਤੇ ਨਾ ਹੁੰਦਾ। ਉਹਨਾਂ ਦੇ ਸਿਰ ਤੇ ਕਰਨੈਲ ਹੁੰਦਾ ਸੀ ਨਵੇਂ ਪਿੰਡੀਆ ਜੀ। ਜਦੋਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਤਾਂ ਮੁੱਖ ਮੰਤਰੀ ਦਾ ਕੰਮ ਕਰਨੈਲ ਨੇ ਕਰਦਾ ਸੀ। ਜਦੋਂ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣਿਆ ਤਾਂ ਮੁੱਖ ਮੰਤਰੀ ਦਾ ਕੰਮ ਹਰਚੰਦ ਸਿੰਘ ਨਵੇਂ ਪਿੰਡੀਆ ਉਹਨਾਂ ਦਾ ਭਾਈ ਕਰਦਾ ਸੀ। ਜਦੋਂ ਸਰਦਾਰ ਦਿਆਲ ਸਿੰਘ ਜੀ ਮੁੱਖ ਮੰਤਰੀ ਬਣੇ ਤਾਂ ਉਦੋਂ ਇੱਕ ਕਿਸਮ ਦਾ ਜਰਨੈਲ ਜਿਹਦਾ ਭਰਾ ਸੀ ਉਹ ਮੁੱਖ ਮੰਤਰੀ। ਉਹ ਇਹੀ ਜੀ ਪਾਰਟੀ ਹਰਮਨ ਤਿਆਰੀ ਹੋਈ ਆ। ਹੁਣ ਪੱਪੂ ਦਲਸ਼ੇਰ ਪੱਪੂ ਦਾ ਭੋਗ ਆ 6 ਤਰੀਕ ਦਾ ਭੋਗ ਆ। ਜਰਨੈਲ ਸਿੰਘ ਦਾ ਉਹ ਲੜਕਾ ਮੇਰੇ ਘਰੇ ਵੀ ਉਹਦਾ ਆਉਣ ਜਾਣ ਹੈਗਾ। ਮੈਂ ਵੀ ਉਹਨਾਂ ਦੇ ਘਰੇ ਮੈਨੂੰ ਪੈਰ ਮਿਲ ਗਿਆ। ਉਹ ਮੈਨੂੰ ਕੰਮ ਸੀਗਾ ਕਾਨੂੰਗੋ ਕੋਲੇ ਨਾ ਤਹਿਸੀਲਦਾਰ ਕੋਲੇ। ਉਹ ਮੈਂ ਉੱਥੇ ਕਾਨੂੰਗੋ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਕੰਮ ਆ ਵੀ ਤਹਿਸੀਲਦਾਰ ਕੋਲੇ ਵੀ ਮੈਂ ਲੱਖੇ ਨੂੰ ਕਹਾਂ ਜਗਦੀਸ਼ ਨੂੰ ਕਹਾਂ ਕਿ ਉਹ ਵੀ ਮੇਰੇ ਘਰੇ ਆਉਂਦੇ ਜਾਂਦੇ ਨੇ ਪਾਣੀ ਨੂੰ ਕਰਦੇ। ਮੈਨੂੰ ਕਹਿੰਦਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਨਵੇਂ ਪਿੰਡੀ ਪੱਪੂ ਨੂੰ ਦੇ। ਮੈਂ ਕਿਹਾ ਪੱਪੂ ਨਾਲ ਮੇਰੀ ਜਾਣ ਪਛਾਣ ਨਹੀਂ। ਕਹਿੰਦਾ ਕੱਲ ਤਾਂ ਤੁਸੀਂ ਘਰ 'ਚ ਬੈਠਾ ਜਾਂਦਾ ਸੀਗਾ। ਉਹ ਮਹਾ ਹੋ ਗਿਆ, ਮੈਨੂੰ ਪੈਰ ਲੱਗ ਗਿਆ ਸੀ। ਮੈਨੂੰ ਕਹਿੰਦਾ ਘਰ ਨਹੀਂ ਜਾਣਾ ਤੇ ਮੈਂ ਘਰੇ ਚਲੇ ਗਿਆ। ਮੈਂ ਤੈਨੂੰ ਕਿਵੇਂ ਪਤਾ ਲੱਗ ਗਿਆ? ਕਹਿੰਦਾ ਫਿਰ ਜਾਤੇ ਨੂੰ ਉਹਨੇ ਪੈਰ ਲਿਆ ਕੇ ਕਾਰ ਤੋਂ ਲਾਹਿਆ। ਕਹਿੰਦਾ ਪੀਤੀ ਹੋਈ ਸੀ ਉੱਥੇ ਤੈਨੂੰ ਵੀ ਲੈਣਾ ਹਜੀ ਹਾਂ ਤੈਨੂੰ ਵੀ ਲੈ। ਕਹਿੰਦਾ ਉਹਦੀ ਪੀਤੀ ਹੋਈ ਸੀ ਮੇਰੇ ਕੋਲ ਆ ਗਿਆ। ਕਹਿੰਦਾ ਮੈਂ ਦਿਨੇ ਜੀ ਕਰਨਾ। ਕਹਿੰਦਾ ਯਾਰ ਜੋੜਾ ਆ ਗਿਆ ਸੀ ਪਤੀ ਵਾਲਾ ਵੀ ਫਿਰ ਤੱਕ ਦਿਨੇ ਹੀ ਆਉਣਾ ਪੈ ਗਿਆ। ਕਹਿੰਦਾ ਤੂੰ ਕਹਿੰਦਾ ਜਾ ਚੱਲ ਭਾਈ। ਮੈਂ ਕਿਹਾ ਬੱਬੂ ਆ ਕੰਮ ਆ ਤਹਿਸੀਲਦਾਰ ਕੋਲ। ਉਹ ਭਾਈ ਉੱਥੇ ਤਹਿਸੀਲਦਾਰ ਦੇ ਕਮਰੇ ਚਲੇ ਗਏ। ਉਹ ਤਹਿਸੀਲਦਾਰ ਸਾਹਿਬ ਉੱਥੇ ਹੈ ਨਹੀਂ ਸੀਗੇ। ਉਹ ਕਿਤੇ 5 ਮਿੰਟ 2 ਮਿੰਟ ਬੈਠੇ, ਪਾਣੀ ਨਾ ਆਇਆ। ਮਾਰੀ ਵੜ ਕਹਿੰਦਾ ਉਹ ਕਹਿੰਦੇ ਹਾਂਜੀ ਕਹਿੰਦਾ ਪਾਣੀ ਨਹੀਂ ਆਇਆ, ਤੁਹਾਨੂੰ ਪਤਾ ਨਹੀਂ ਮੈਨੂੰ। ਚਲੋ ਪਾਣੀ ਪੀ ਲਿਆ। ਜਦ ਨੂੰ ਤਹਿਸੀਲਦਾਰ ਆ ਗਿਆ ਤੇ ਪਾਣੀ ਪੂਣੀ ਪੀਤਾ। ਕਹਿੰਦਾ ਪਾਣੀ ਲਲਕਾਰਾ ਮਾਰਿਆ ਤਾਂ ਪਾਣੀ ਆਇਆ। ਕਹਿੰਦਾ ਸਾਰਾ ਤੇਰਾ ਇੱਥੇ ਉਹ ਕਹਿੰਦਾ ਉਹ ਗੱਲ ਸੁਣੋ, ਤੁਹਾਨੂੰ ਪਤਾ ਨਹੀਂ ਵੀ ਬੈਠਾ ਕਹਿੰਦਾ ਗੋਲੀ ਮਾਰ ਬੈਠੀ। ਕਹਿੰਦਾ ਬੈਠੇ ਦੇ ਮੇਰੇ ਕਹਿੰਦਾ ਤੁਹਾਨੂੰ ਇਹਦਾ ਸੁਭਾਅ ਦਾ ਦੇਖ ਲਓ ਕਿਹਾ ਜਿਹਾ। ਉਹ ਕਹਿੰਦਾ ਮੇਰੇ ਗੋਡੇ ਦੀ ਗੋਲੀ ਮਾਰੋਗੇ ਤੁਸੀਂ ਲੱਗੇ ਤਾਂ। ਤੇ ਉਹ ਇਹੋ ਜਿਹਾ ਚਲੋ ਰਗੜਾ ਯਾਰ ਆ ਪਿਆ ਸੀ। ਚਲਿਆ ਗਿਆ 6 ਤਰੀਕ ਦਾ ਹੋਊਗਾ। ਮੈਂ ਅਖਬਾਰ 'ਚ ਪੜ੍ਹਿਆ ਕਹਿੰਦੇ ਵੀ 6 ਤਰੀਕ ਦਾ ਹੋਊਗਾ। ਚਲੋ ਗੱਲਾਂ ਇਹ ਨੇ ਵੀ ਇੱਥੇ ਨਾ ਅਮਰਿੰਦਰ ਸਿੰਘ ਜਿੰਨਾ ਕਾਂਗਰਸ ਦਾ ਨੁਕਸਾਨ ਕਰ ਗਿਆ ਨਹੀਂ ਤੂੰ ਕਰਕੇ ਗਿਆ। ਇਹ ਹੁਣ ਪੈਰ ਲੱਗਣੇ ਨਾ ਲੱਗਣੇ ਇਹ ਬਹੁਤ ਔਖੇ ਨੇ। ਹੁਣ ਇਹ ਵਾਅਦੇ ਤਾਂ ਕਰੀ ਜਾਂਦੇ ਨੇ। ਹੁਣ ਕਿਹੜੇ ਮੂੰਹ ਨਾਲ ਜਾ ਕੇ ਕਿਸੇ ਨੂੰ ਕਹਾਂਗੇ ਵੀ ਕਾਂਗਰਸ ਨੂੰ ਵੋਟ ਪਾਓ? ਉਹ ਕਹਿੰਦੇ ਚਾਚਾ ਲਿਆ ਨੌਕਰੀ ਕਿੱਥੇ ਲਿਆ ਕਰਦੇ ਬਾਕੀ ਕਿੱਥੇ। ਹੁਣ ਉਹੀ ਸੋਚੀ ਜਾਂਦੇ ਆ ਕਿ ਕੀ ਕਿਸੇ ਨੂੰ ਕਹਾਂਗੇ ਜਾ ਕੇ ਕਹਾਂਗੇ ਵੀ ਭਾਈ ਤੁਸੀਂ ਐਂ ਕਰੋ ਵੀ ਮੇਰੀ ਤਾਂ ਹੁਣ ਸਿਹਤ ਠੀਕ ਨਹੀਂ ਹੈਗੀ ਵੀ ਹੁਣ ਤੁਸੀਂ ਆਪਦੇ ਆਪ ਹੀ ਇੱਥੇ ਚਲੇ ਜਾਓ, ਮੇਰੀ ਵੋਟ ਆ ਮੈਂ ਆਪ ਪਾਏ ਉਹਨੂੰ। ਸਾਡੇ ਕੋਲ ਵੀ ਕਹਿਣ ਨੂੰ ਕੋਈ ਗੱਲ ਨਹੀਂ ਛੱਡੀ ਹੈਗੀ। ਹਾਲੇ ਗੁੱਲਿਆ ਕਰਦਾ ਕੁਛ ਨਹੀਂ ਵਿਗੜਿਆ ਹੈਗਾ। ਸਾਡੇ ਪਿੰਡ ਦੀ ਨੰਬਰਦਾਰੀ ਦਾ ਗੁਰਦਿਆਲ ਸਿੰਘ ਨੰਬਰਦਾਰ ਮਰ ਗਿਆ ਜੀ। ਉਹਦੀ ਨੰਬਰਦਾਰੀ ਦਾ ਰੌਲਾ ਪੈ ਗਿਆ। 4-5 ਬੰਦੇ ਨੇ ਦਰਖਾਸਤਾਂ ਦੇ ਦਿੱਤੀਆਂ। ਅਕਾਲੀ ਦਲ ਦਾ ਨਾਮ ਸੀ। ਚਲੋ ਜੀ ਅਕਾਲੀ ਦਲ ਨੇ ਕਹੇ ਕਿ ਜਿਹੜਾ ਮੁੰਡਾ ਹੁਣ ਨੰਬਰਦਾਰ ਬਣਿਆ ਮਾਝੀ ਦਾ ਧਰਮਾ ਪਟਵਾਰੀ ਹੁੰਦਾ ਸੀ ਮਾਝੀਆਂ ਦਾ, ਉਹਦੇ ਨਾਂ ਦੇ ਤਹਿਸੀਲਦਾਰ ਨੇ ਕਰਤਾ ਜੀ ਇਹਨੂੰ ਮਿਲੀ। ਜਦੋਂ SDM ਦੇ ਕੇਸ ਗਿਆ ਤਾਂ ਸਰਕਾਰ ਬਦਲ ਗਈ। SDM ਨੇ ਸਾਡੇ ਪਿੰਡ ਦਾ ਸਰਬ ਸਿੰਘ ਹਰੀਜਨ ਸੀਗਾ ਕਾਂਗਰਸੀ। ਉਹਨੇ ਕਹਾ ਕਿ ਆਪਣੇ ਹੱਥ ਕਰਵਾ ਲਿਆ। ਕੇਸ ਚਲੇ ਗਿਆ DC ਦੇ। ਮੈਂ ਸਾਡੇ ਪਿੰਡ ਲੱਖੇ ਦੀਆਂ 2 ਭੂਆ ਨੇ। ਮੈਂ ਉਹਨਾਂ ਦੇ ਮੁੰਡੇ ਦੀ ਮਦਦ ਕਰਦਾ ਸੀਗਾ ਵੀ ਇਹਨੂੰ ਮਿਲਣੀ ਚਾਹੀਦੀ ਹੈ। ਚਲੋ ਜੀ DC ਸਾਹਿਬ ਨੇ ਫੈਸਲਾ ਸੁਣਾਤਾ। ਉਹ ਜਿਹੜਾ ਪਹਿਲਾ ਅਕਾਲੀ ਬੰਦਾ ਸੀ ਉਹਦੇ ਹੱਥ 'ਚ ਫੈਸਲਾ ਸੁਣਾਤਾ। ਬਿੱਟੂ ਮੈਨੂੰ ਤਾਜ ਪੈਲਸ ਦੇ ਵਿੱਚ ਮਿਲ ਗਿਆ।
हरदेव सिंह लापर भी खड़ा, बिट्टू भी खड़ा, MLA साडा किते बरे होरे सीगा। मैं कहा बिट्टू जो तेरा दादा बाग मंत्री सी सरदार दयाल सिंह, किन्ने पटवारी भर्ती कीते सी ਉਹਦੇ ਪੰਜਾਬ ਚ? ਲਾਪਰ ਸਾਹਿਬ ਵੀ ਕੋਲੇ खड़े ने, कहना पता नहीं, मैं 120 कीते। महा सारे पंजाब च 120 कीते सी, 80 पटवारी कल्ले पैर हर के कीते सी। कहना ठीक है अंकल जी, होर भी 15-20 बंदे आले दुआले खड़े ने। मैं क्या भी आह गल ऐसे करके आ भी नंबरदारी मतलब मेरे उल्ट देती भी एक धर्म सिंह पटवारी पद्दी का जिहदा फुफड़ गुरदेव आ बिलासपुर वाला भी वो बंदा तेरे दादे ने पटवारी लाया सी। मसा जिधर पैर हल्के चो दविंदर सिंह गारके वाली चोण हुई सी, थोड़े नाल कायद पटवारी सी 80 च। कहना अंकल मैंने तो ये भी नहीं पता। मैं 5 थोड़े नाल सी, 75 थोड़े वोट सी मेरे ते कुछ। चलो मैं एक धर्म सिंह पटवारी की सी भरता, ਉਹਦੇ ਘਰੇ ਕਈ ਵਿਜਨ ਸੀ। ਹੁਣ ਜਿੱਦਣ ਤੁਹਾਡੀ ਮਤਲਬ ਰਿਜ਼ਲਟ ਆਉਣਾ ਸੀ ਦਵਿੰਦਰ ਸਿੰਘ ਗਾਰਕੇਦਾਰ ਸਰਦਾਰ ਗਿਆਨ ਸਿੰਘ ਦਾ ਵੀ ਉਹ ਫਿਰ ਉਹਦੇ ਘਰੇ ਬੈਠੇ ਆਲੇ ਦੁਆਲੇ ਮੁੰਡੇ ਖਬਰਾਂ ਸੁਣਦੇ ਨੇ। ਮੈਂ ਖਬਰ ਆ ਗਈ ਵੀ ਸਰਦਾਰ ਦਵਿੰਦਰ ਸਿੰਘ ਗਾਰਕਾ 8000 ਵੋਟ ਤੇ ਸਰਦਾਰ ਗਿਆਨ ਸਿੰਘ ਨੂੰ ਹਰਾ ਕੇ ਜਿੱਤ ਗਿਆ। ਮਹਾ ਪਟਵਾਰੀ ਕਹਿੰਦਾ ਲਿਆਓ ਵੀ ਉਹਦੇ ਬੈਠ ਚ ਪਈ ਸੀ ਸ਼ਰਾਬ, ਉਹਦੀ ਬੋਤਲ ਕੱਢੀ, ਕਹਿੰਦਾ ਲੋ ਵੀ ਬੇਅੰਤ ਹਾਰ ਗਿਆ, ਲਾਓ ਵੋਟ। ਹੁਣ ਜਿਹੜੇ ਸ਼ਬਦਾਂ ਨੂੰ ਕਾਂਸੀ ਸੀ ਉਹਨਾਂ ਨੂੰ ਦੁੱਖ ਲੱਗਿਆ, ਉਹ ਉੱਠ ਕੇ ਤੁਰ ਗਏ। ਨਾਲੇ ਲਿਆਓ ਕਹਿੰਦਾ ਪੇਟੀ ਸ਼ਰਾਬ, ਉਹ ਸ਼ਰਾਬ ਪੀਤੀ ਉਹਨਾਂ ਨੇ ਵੀ ਸਰਦਾਰ ਬਿਆਨ ਸਿੰਘ ਹਾਰ ਗਿਆ। ਚਲੋ ਕੋਈ ਬੀਤੀ। ਉਸ ਤੋਂ ਬਾਅਦ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਬਣ ਗਿਆ। ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਬਿਆਨ ਸਿੰਘ ਦੇ ਬੰਬ ਚੱਲ ਗਿਆ, ਉਹਦੀ ਮੌਤ ਹੋ ਗਈ। ਧਰਮ ਸਿੰਘ ਪਟਵਾਰੀ ਦਾ ਦੋਸਤ ਸੀ ਟਿੱਬੇ ਦਾ ਬੰਬ, ਹੁਣ ਉਹਦੀ ਮੌਤ ਹੋ ਗਈ। ਉਦੋਂ ਟਰੈਕਟਰਾਂ ਦੇ ਉੱਤੇ ਟੇਬਲ ਕਾਟਾਂ ਲੱਗੀਆਂ ਹੁੰਦੀਆਂ ਸੀ। ਉਹਨਾਂ ਕੋਲ ਚਿੱਟਾ ਟਰੈਕਟਰ ਸੀਗਾ, ਉਹਨੂੰ ਵੀ ਪਤਾ ਲੱਗ ਗਿਆ ਟਿੱਬੇ ਦੀ ਸਰਦਾਰ ਬਿਆਨ ਸਿੰਘ ਦੀ ਮੌਤ ਹੋ ਗਈ। ਉਹ ਫਿਰ ਟਰੈਕਟਰ ਲੈ ਕੇ ਆਇਆ ਧਰਮ ਸਿੰਘ ਪਟਵਾਰੀ ਦੇ ਘਰੇ, ਤੇ ਸਰਕਾਰ ਬਣਾਈ ਉਹਨਾਂ ਨੇ। ਫਿਰ ਤੀਵੀਆਂ ਨੇ ਗਿੱਧਾ ਪਾਇਆ, ਨਿਆਣਿਆਂ ਨੇ ਭੰਗੜਾ ਪਾਇਆ, ਇਹਨਾਂ ਨੇ ਰੁਪਈਏ ਸਿੱਟੇ। ਮੈਂ ਕਿਹਾ ਵੀ ਬਿੱਟੂ ਨੰਬਰਦਾਰੀ ਉਹਨੂੰ ਦਿੱਤੀ ਜਿਹਨਾਂ ਨੇ ਆਹ ਕੁਛ ਕੀਤਾ। ਬਿੱਟੂ ਭਾਈ ਦੰਦ ਪੀਏ, ਅੱਗ ਨਿਕਲੇ ਉਹਦੇ ਮੂੰਹ ਚੋਂ। ਕਹਿੰਦਾ ਅੰਕਲ ਫਿਕਰ ਨਾ ਕਰ ਵੀ ਪਟਿਆਲਿਓਂ ਨੰਬਰਦਾਰੀ ਮੋੜ ਕੇ ਲਿਆ ਕੇ ਤੈਨੂੰ ਦਊਗਾ। ਗੁਰਦੇਵ ਸਿੰਘ ਲਾਪਰ ਮੈਨੂੰ ਕਹਿੰਦਾ ਜੋਸਨ ਕਿੰਨੇ ਨੰਬਰਦਾਰੀਆਂ ਚਾਹੀਦੀਆਂ ਤੈਨੂੰ ਦੱਸ। ਮੈਂ ਕਿਹਾ ਜੀ ਮੈਨੂੰ ਤਾਂ ਉਹੀ ਇੱਕ ਚਾਹੀਦੀ ਹੈ, ਮੈਨੂੰ ਨਹੀਂ ਹੋਰ, ਮੈਨੂੰ ਤਾਂ ਉਹੀ ਇੱਕ ਚਾਹੀਦੀ ਹੈ। ਚਲੋ ਜੀ ਅਖੀਰ ਨੂੰ ਕੀ ਬਿੱਟੂ ਦੀ ਮਜਬੂਰੀ ਹੋ ਗਈ, ਕੀ ਬੈਦ ਦੀ ਮਜਬੂਰੀ ਹੋ ਗਈ, ਉਹਨਾਂ ਬੰਦਿਆਂ ਨੇ ਨੰਬਰਦਾਰੀ ਦਿੱਤੀ ਜਿਨ੍ਹਾਂ ਨੇ ਆਹ ਕੁਛ ਕੀਤਾ। ਹੁਣ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ, ਇੰਨਾ ਕੁਛ ਹੁੰਦੇ ਹੋਏ ਵੀ ਕਾਂਗਰਸ ਵਿੱਚ ਯਾਨੀ ਮੇਰੇ ਤੋਂ ਕੋਈ ਹੋਰ ਬੰਦਾ ਹੁੰਦਾ ਉਹ ਕਾਂਗਰਸ ਵਿੱਚ ਹੈ। ਫਿਰ ਮੈਂ ਸਾਰੀ ਗੱਲ ਮੈਂ ਡਿਟੇਲ ਨਾਲ ਸਮਝਾਈ ਬਿੱਟੂ ਉਹ ਹਾਰੇ ਤੇ ਸ਼ਰਾਬਾਂ ਪੀਤੀਆਂ, ਉਹਦੀ ਮੌਤ ਤੇ ਸ਼ਰਾਬਾਂ ਪੀਤੀਆਂ, ਤੁਸੀਂ ਨੰਬਰਦਾਰੀ ਉਹਨਾਂ ਨੂੰ ਨੰਬਰਦਾਰੀ ਦਿੱਤੀ। ਦੱਸੋ ਅਸੀਂ ਕਾਹਦੇ ਕਾਂਗਰਸ ਨੂੰ ਪਹਿਲਾਂ ਕੀ ਹੱਕ ਹੈਗਾ ਸਾਡਾ ਵੀ ਇੱਥੇ ਕਾਂਗਰਸ ਰਹੇ, ਪਰ ਅਸੀਂ ਕਹਿੰਦੇ ਵੀ ਨਹੀਂ ਕਰਮਾਂ ਦੀਆਂ ਗੱਲਾਂ। ਫਿਰ ਉਹ ਮੈਨੂੰ ਉਹ ਚੈਂਕਰ ਮੁੰਡਾ ਜੀ ਨੰਬਰਦਾਰੀ ਮੈਂ ਜਿਹਦੀ ਮਦਦ ਕਰਦਾ ਸੀ, ਉਹ ਕਹਿੰਦਾ ਚਾਚਾ ਨਾ ਤੇਰੀ ਬਿੱਟੂ ਨੇ ਮੰਨੀ ਨਾ ਤੇਰੀ ਪੈਸੇ ਨੇ। ਮੈਂ ਕਿਹਾ ਚਲ ਦੋਸ਼ ਕਰਮਾਂ ਨੂੰ ਦੇ, ਜੇ ਤੇਰੇ ਕਰਮਾਂ 'ਚ ਨਹੀਂ ਸੀ ਉਹਦੇ ਕਰਮਾਂ 'ਚ ਸੀਗੀ ਉਹਨੂੰ ਮਿਲੇ। ਠੀਕ ਨਹੀਂ ਗੱਲ। ਬਾਕੀ ਜਿਹੜੀ ਆ ਤੁਸੀਂ ਗੱਲ ਕੀਤੀ ਆ ਲਾਪਰ ਸਾਹਿਬ ਦੇ ਪਰਮਿੰਦਰ ਵਾਲੀ ਟਿਕਟ ਵਾਲੀ, ਇਹ ਮੈਂ ਤੁਹਾਨੂੰ ਅਗਲੀ ਵੀਡੀਓ ਤੋਂ ਦੱਸੂਗਾ ਤੇ ਮੈਂ ਆਪਣੀ ਬਾਤ ਪੂਰੀ ਲਾਉਣੀ ਹੈ। ਹੁਣ ਇਹ ਹੈ ਕਿ ਜਾਂਦੇ ਜਾਂਦੇ ਇੱਕ ਤੌਰ ਤੋਂ ਇੱਕ ਅਹਿਮ ਸਵਾਲ ਪੁੱਛਦੇ ਹਾਂ ਕਿ ਤੁਹਾਨੂੰ ਲੱਗਦਾ ਕਿ ਕਾਂਗਰਸ ਸਰਕਾਰ ਵਾਪਸ ਬਾਜ਼ਾਰ ਵਿੱਚ ਆ ਜਾਊ? ਦੇਖੋ ਜੀ ਦਲਜੀਤ ਸਿੰਘ ਚੀਮਾ ਕਹਿੰਦਾ ਸੁਖਬੀਰ ਬਾਦਲ ਦੀ ਅਗਵਾਈ ਹੇਠ ਸਰਕਾਰ ਬਣ ਜਾ ਰਹੀ ਹੈ ਜੀ, ਝਾੜੂ ਵਾਲੇ ਕਹਿੰਦੇ ਕੇਜਰੀਵਾਲ ਦੀ ਜਾ ਰਹੀ ਹੈ ਜੀ, BJP ਵਾਲੇ ਕਹਿੰਦੇ ਸਾਡੀ ਆ ਰਹੀ ਹੈ ਜੀ, ਅਮਰਿੰਦਰ ਸਿੰਘ ਔਰ ਢੀਂਡਸਾ ਕਹਿੰਦੇ ਸਾਡੀ ਆ ਰਹੀ ਹੈ ਜੀ।
ਹੁਣ ਮੈਂ ਕਾਂਗਰਸੀ ਵਰਕਰ ਹਾਂ, ਮੈਂ ਕਿਵੇਂ ਕਹਿ ਦੂੰ ਕਿ ਸਾਡੀ ਸਰਕਾਰ ਨਹੀਂ ਖੋਲੂਗੀ। ਇਹ ਗੱਲ ਇੱਕ ਚੀਜ਼ ਹੈ, ਇਹ ਵੀ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੱਸਿਆ ਕਿ ਇੱਕ ਟਕਸਾਲੀਆਂ ਨੂੰ ਵੀ ਨਾਰਾਜ਼ ਕਰੀ ਬੈਠੇ ਆ, ਉਧਰ ਜਨਤਾ ਵੀ ਨਾਰਾਜ਼ ਕਰੀ ਬੈਠੇ, ਝੂਠੇ ਵਾਅਦੇ ਕਰ ਕਰਕੇ ਥਾਂ ਥਾਂ ਤੇ ਧਰਨੇ ਲੱਗ ਰਹੇ ਆ, ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ। ਕਿ ਉਹਨਾਂ ਨੂੰ ਦੇਖਦੇ ਹੋਏ ਇੱਕ ਇਮਾਨਦਾਰੀ ਨਾਲ ਦੱਸੋ ਕਿ ਤੁਸੀਂ ਇਹ ਭੁੱਲ ਜਾਓ ਕਿ ਇੱਕ ਤੁਸੀਂ ਕਾਂਗਰਸੀ ਹੋ, ਤੁਸੀਂ ਇੱਕ ਇਮਾਨਦਾਰੀ ਨਾਲ ਦੱਸੋ ਕਿ ਤੁਹਾਨੂੰ ਲੱਗਦਾ ਕਿ ਸਰਕਾਰ ਆ ਜੂਏ। ਦੇਖੋ ਜੀ ਗੱਲ ਇਹ ਆ, ਮੈਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ ਵੀ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਬੈਠੇ ਸੀਗੇ, ਉਹ ਸਿੰਘਾਂ ਨੂੰ ਕਹਿੰਦੇ ਚੌਲ ਬਣਾਓ, ਸਿੰਘਾਂ ਨੇ ਚੌਲ ਬਣਾਏ, ਉਹ ਕਹਿੰਦੇ ਭਾਈ ਉੱਥੇ ਢੇਰੀ ਕਰ ਦਿਓ, ਸਿੰਘਾਂ ਨੇ ਢੇਰੀ ਕਰਤੇ। 10ਵੇਂ ਪਾਤਸ਼ਾਹ ਕਹਿੰਦੇ ਭਾਈ ਹਰਨਾਂ ਨੂੰ ਲਿਓ, ਉਹ ਕਹਿੰਦੇ ਜੀ ਲਿਆਂਦੇ ਹਰਨ, ਕਹਿੰਦੇ ਚੌਲੇ ਢੇਰੀ ਲਾ ਦਿਓ, ਚੌਲੇ ਢੇਰੀ ਲਾ ਤੇ ਹਰਨਾਂ ਨੇ ਚੌਲ ਖਾਧੇ, ਉਹ ਪਿਆਰ ਮੁਹੱਬਤ ਕਰਕੇ ਇੱਕ ਦੂਜੇ ਦਾ ਮੂੰਹ ਚੁੰਮਦੇ ਉਹ ਆਪਣਾ ਜਗ੍ਹਾਵਾਂ ਚਲੇ ਗਏ। ਦੂਜੇ ਦੇ 10ਵੇਂ ਪਾਤਸ਼ਾਹ ਕਹਿੰਦੇ ਭਾਈ ਚੌਲ ਬਣਾਓ, ਸਿੰਘ ਨੇ ਚੌਲ ਬਣਾਏ, ਕਹਿੰਦੇ ਭਾਈ ਉੱਥੇ ਢੇਰੀ ਕਰਤੇ, ਕਹਿੰਦੇ ਕੁੱਤਿਆਂ ਨੂੰ ਲਿਆਓ, ਕੁੱਤੇ ਲਿਆਂਦੇ, ਕਹਿੰਦੇ ਚੌਲੇ ਢੇਰੀ ਲਾ ਦਿਓ, ਚੌਲੇ ਢੇਰੀ ਕੋਈ ਕੁੱਤਿਆਂ ਲੈ ਕੇ ਗਏ, ਉਹਦਾ ਕੰਨ ਉਹਦੇ ਮੂੰਹ 'ਚ, ਉਹਦੀ ਲੱਤ ਉਹਦੇ ਮੂੰਹ 'ਚ, ਉਹਦਾ ਪੂੰਛ ਉਹਦੇ ਮੂੰਹ 'ਚ, ਲਹੂ ਲਹਾਨ ਹੋ ਗਏ, ਚੌਲ ਖਿੜ ਗਏ, ਚਲੇ ਗਏ। 10ਵੇਂ ਪਾਤਸ਼ਾਹ ਸਿੰਘ ਕਹਿੰਦੇ ਭਾਈ ਹੁਣ ਤੁਸੀਂ ਦੱਸੋ ਹਰਨਾਂ ਵਾਂਗ ਚੱਲਣਾ ਕੁੱਤਿਆਂ ਵਾਂਗ ਚੱਲਣਾ? ਜੇ ਤਾਂ ਹਰਨਾਂ ਵਾਂਗ ਚੱਲਣਾ ਫਿਰ ਤਾਂ ਸਭ ਕੁਝ ਖਾਣ ਨੂੰ ਵੀ ਮਿਲ ਜੂ, ਸਭ ਕੁਝ ਮਿਲ ਜੂ। ਹੁਣ ਇਹ ਜਿਹੜੇ ਸਾਡੇ ਹਾਈ ਕਮਾਂਡ ਸਿੱਧੂ ਸਾਹਿਬ ਕਹਿ ਲਓ, ਚੰਨੀ ਸਾਹਿਬ ਕਹਿ ਲਓ, ਆਪਣੇ ਗ੍ਰਹਿ ਮੰਤਰੀ ਸਾਹਿਬ ਕਹਿ ਲਓ, ਜਾਖੜ ਸਾਹਿਬ ਕਹਿ ਲਓ, ਇੱਕ ਦਾ ਰਾਹ ਹੋਰ ਆ, ਦੂਜੇ ਦਾ ਰਾਹ ਹੋਰ ਆ। ਜੇ ਤਾਂ ਹਰਨਾਂ ਵਾਂਗ ਚੱਲਣਗੇ ਹਾਲੇ ਕੁਛ ਨਹੀਂ ਵਿਗੜਿਆ, ਹਾਲੇ ਸਭ ਕੁਛ ਲੋਟ ਹੋ ਸਕਦਾ। ਤੇ ਜੇ ਕੁੱਤਿਆਂ ਵਾਂਗ ਚੱਲਣਗੇ ਇਹ ਤਾਂ ਹੁਣ ਇਹਨਾਂ ਨੇ ਸੋਚਣਾ ਸਾਡਾ ਵੀ ਇਸ ਤਰ੍ਹਾਂ ਜਿਹੇ ਜਿਹੇ ਹੈਗੇ, ਜੋਰਾ ਸਿੰਘ ਤਾਂ ਮੈਂ ਹੈਗਾ ਹੀ ਸੀਗਾ, ਠੀਕ ਹੈ ਨਹੀਂ ਗੱਲ। ਸਾਨੂੰ ਕਿਹੜਾ ਮਤਲਬ ਸੀ ਕਿਹੜਾ ਪੀਣ ਵੇਚਦੇ ਆ, ਪੁਲਿਸ ਵਾਲੇ ਮੈਨੂੰ ਕਹਿੰਦੇ ਤੂੰ ਉੱਥੇ ਸ਼ਰਾਬ ਵੇਚ ਲਿਆ ਕਰ, ਉਹ ਪੱਕਾ ਲੋੜਾ ਆ ਗਿਆ, ਮੇਰੀ ਉਮਰ ਵੱਲ ਦੇਖ ਮੈਂ ਸ਼ਰਾਬ ਵੇਚਣਾ ਨਾ ਤੇਰੀ ਕਿਹੜਾ ਕਿਸੇ ਨੇ ਕੁਛ ਕਹਿਣਾ। ਉਹ ਮੈਂ ਕਿਹਾ ਨਾ ਵੀ ਕਹੇ ਲੋਕ ਤਾਂ ਕਹਿਣਗੇ ਵੀ ਜਿਹੜੇ ਤਾਂ ਦਿਹਾਤੀ ਦਾ ਪ੍ਰਧਾਨ ਸ਼ਰਾਬ ਵੇਚਦਾ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪਿੰਡ ਹੈ ਜਿੱਥੇ ਸ਼ਰਾਬ ਨਹੀਂ ਵੇਚਦੀ, ਖਜ਼ਾਨੇ ਦਾ ਕਿੰਨਾ ਨੁਕਸਾਨ ਹੁੰਦਾ। ਜਿਹੜੇ ਸਰਕਾਰੀ ਠੇਕੇ ਨੇ ਉਹ ਤਾਂ ਟਾਈਮ ਨਾਲ ਖੁੱਲ੍ਹਣੇ ਨੇ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਖੁੱਲ੍ਹੂ, ਉਹ 2 ਅਕਤੂਬਰ 15 ਅਗਸਤ ਤੇ 26 ਜਨਵਰੀ ਬੰਦ ਰਹਿਣਗੇ। ਜਿਹੜੇ ਦੂਜੇ ਨੇ ਉਹ 24 ਘੰਟੇ ਖੁੱਲ੍ਹੇ ਨੇ। ਹੁੰਦਾ ਨਾ ਮੰਤਰੀ ਦੂਲੋਂ, ਜਦੋਂ ਮੈਂ ਸਿੱਧੂ ਦੇ ਕੰਮ ਕਰਦਾ ਸੀ ਨਾ, ਇਹ ਮੰਤਰੀ ਸੀਗਾ ਐਕਸਾਈਜ਼ ਮੰਤਰੀ ਦੂਲੋ ਸਾਹਿਬ, ਤੇ ਆਪਣੇ ਆਹ ਸੀਗਾ ਦੂਜਾ ਸਰਦਾਰ ਦਯਾਲ ਸਿੰਘ ਮੁੱਖ ਮੰਤਰੀ ਸੀ, ਬੇਰੀ ਠੇਕੇਦਾਰ ਮੰਨਿਆ ਹੋਇਆ ਠੇਕੇਦਾਰ ਲੁਧਿਆਣੇ ਦਾ ਉਸ ਵੇਲੇ। ਉਹ ਸਿੱਧੀ ਫੈਕਟਰੀ ਜੋ ਸ਼ਰਾਬ ਜ਼ਰੂਰ ਲਿਆਉਂਦਾ ਸੀਗਾ, ਕੋਈ ਟੈਕਸ ਚੋਰੀ ਕਰਦਾ ਸੀ। ਦੂਲੋ ਸਾਹਿਬ ਨੂੰ ਪਤਾ ਲੱਗ ਗਿਆ, ਦੂਲੋ ਸਾਹਿਬ ਦੇ ਵਾਸਤੇ ਸੀਗਾ, ਕਹਿੰਦਾ ਵੇਚ ਕਿਉਂ ਵੇਚਦਾ ਤੂੰ, ਤਾਂ ਕਹਿੰਦਾ ਟੈਕਸ ਚੋਰੀ ਕਰਦਾ। ਮੈਂ ਨਹੀਂ ਬੋਲਦਾ, ਸਾਰੇ ਠੇਕੇਦਾਰ ਵੀ ਦੂਲੋ ਸਾਹਿਬ ਕੋਲ ਗਏ, ਦੂਲੋ ਸਾਹਿਬ ਖੋਰੀ ਬੰਦਾ ਹਾਂਜੀ ਨਹੀਂ ਬੋਲ ਕਿਉਂ ਕਹਿੰਦਾ ਤੂੰ ਟੈਕਸ ਚੋਰੀ ਕਰਦਾ। ਉਹ ਅੱਜ ਵੀ ਪਿਛਲਾ ਬੰਦਾ, ਉਹ ਅੱਜ ਵੀ ਦੂਲੋ ਸਾਹਿਬ ਅੱਜ ਵੀ ਪਿਛਲਾ, ਉਹ ਕਹਿੰਦਾ ਤੂੰ ਟੈਕਸ ਚੋਰੀ ਕਰਦਾ। ਸਰਦਾਰ ਦਯਾਲ ਸਿੰਘ ਦੀ ਬੰਬ ਧਮਾਕੇ ਮੌਤ ਹੋ ਗਈ, ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣ ਗਿਆ, ਬੇਰੀ ਸਾਹਿਬ ਦੇ ਠੇਕੇ ਖੁੱਲ੍ਹ ਗਏ। ਯਾਨੀ ਗੱਲਾਂ ਬਹੁਤ ਜ਼ਿਆਦਾ ਨੇ। ਜਿਹੜਾ ਪੰਜਾਬ ਦਾ ਕੁਛ ਨਹੀਂ ਵਿਗੜਿਆ ਹੋਇਆ, ਕੱਖ ਨਹੀਂ ਵਿਗੜਿਆ ਹੋਇਆ। ਹੁਣ ਵੀ ਸਮਾਂ ਹਾਲੇ ਵੀ ਖਜ਼ਾਨੇ 'ਚ ਹੈ, ਖਜ਼ਾਨਾ ਤਾਂ ਥੋੜਾ ਖਾਲੀ ਕੀਤਾ ਹੋਇਆ। ਇਹ ਤਾਂ ਹੁਣ ਆਪਾਂ ਇਹਨੂੰ ਕੁਛ ਕਹਿ ਨਹੀਂ ਸਕਦੇ। ਇਹ ਤਾਂ ਹੈ ਨਹੀਂ ਵੀ ਮੈਂ ਚੰਨੀ ਨੂੰ ਕਹਿ ਦੂੰਗਾ ਵੀ ਚੰਨੀ ਆਹ ਕੰਮ ਐਂ ਕਰਦੇ, ਇੰਨੇ ਜੋ ਕਦੇ ਜੋਰ ਸਿੰਘ ਹੈ ਨਾ, ਮੈਂ ਸਿੱਧੂ ਨੂੰ ਕਹਿ ਦੂੰਗੀ ਸਿੱਧੂ ਸਾਹਿਬ ਐਂ ਨਹੀਂ ਕਰਨਾ, ਐਂ ਕਰਨਾ। ਆਪਾਂ ਤਾਂ ਇੰਨੇ ਜੋਗੇ ਹੈ ਨਹੀਂ ਗੇ, ਠੀਕ ਹੈ ਨਹੀਂ। ਆਪਾਂ ਤਾਂ ਵੋਟ ਪਾਉਣ ਵਾਲੇ ਜਾਂ ਪੈਸੇ ਦੇਣ ਵਾਲੇ, ਠੀਕ ਹੈ ਜੀ। ਹਾਂਜੀ ਠੀਕ ਹੈ। ਇਹ ਸੀ ਸਰਦਾਰ ਜੋਰਾ ਸਿੰਘ, ਜਿਨ੍ਹਾਂ ਵੱਲੋਂ ਇੱਕ ਸਰਕਾਰ ਦੇ ਪ੍ਰਤੀ ਇੱਕ ਬੇਨਤੀ ਵੀ ਕੀਤੀ ਹੈ ਕਿ ਹੁਣ ਵੀ ਇਕੱਠੇ ਹੋ ਜਾਓ। ਜੇ ਹੁਣ ਵੀ ਇਕੱਠੇ ਹੋਵੋਗੇ ਤਾਂ ਪਾਰਟੀ ਖੇਰੂ ਖੇਰੂ ਹੋ ਜਾਊਗੀ।